ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸਭ ਤੋਂ ਵੱਡੀ ਮਹਿਮਾ ਕੁਦਰਤ ਦੀ ਕੀਤੀ ਗਈ ਹੈ ਅਤੇ ਰੱਬ ਦਾ ਬਿੰਬ ਵੀ ਕੁਦਰਤ ਦੇ ਰੂਪ 'ਚ ਪ੍ਰਗਟ ਹੁੰਦਾ ਹੈ। ਪਰ ਪੰਜਾਬ ਅਤੇ ਸਿੱਖ ਸਭ ਤੋਂ ਜ਼ਿਆਦਾ ਕੁਦਰਤ ਤੋਂ ਟੁੱਟੇ, ਆਪਣੇ ਆਪ ਤੋਂ ਟੁੱਟੇ, ਯਾਨੀ ਰੱਬ ਤੋਂ ਟੁੱਟੇ। ਰੱਬ ਦੇ ਨਾਲ ਜਿਹੜਾ ਰਿਸ਼ਤਾ ਸੀਗਾ ਉਹ ਕੁਦਰਤ ਦੇ ਅੰਦਰ ਬਹੁਤ ਸਾਰੇ ਜਿਹੜੇ ਅਣਦਿਸ ਵਰਤਾਰੇ ਨੇ, ਜਿਹੜੇ ਇਸ ਤਰ੍ਹਾਂ ਦੇ ਵਰਤਾਰੇ ਨੇ ਕਿ ਉਹਨਾਂ ਨੂੰ ਅਸੀਂ ਹਵਾ 'ਚ ਦੇਖ ਤਾਂ ਨਹੀਂ ਸਕਦੇ, ਪਰ ਉਹ ਮੌਜੂਦ ਨੇ। ਕਿਤੇ ਨਾ ਕਿਤੇ ਉਹ ਰਿਸ਼ਤਾ ਟੁੱਟਿਆ। ਇਨਵਿਜ਼ੀਬਲ ਫਨੋਮਨੇ ਨੇ ਜਿਹੜੇ, ਉਹਨਾਂ ਨੂੰ ਅਜਿਹਾ ਨਜ਼ਰਅੰਦਾਜ਼ ਕੀਤਾ ਕਿ ਕੁਦਰਤ ਅਤੇ ਰੱਬ ਬੰਦੇ ਨੂੰ ਨਜ਼ਰਅੰਦਾਜ਼ ਕਰਨ ਹਟ ਗਿਆ। ਅਸੀਂ ਆਈਡੀਆ ਆਫ ਪੰਜਾਬ 'ਚ ਲਗਾਤਾਰ ਗੱਲਬਾਤ ਕਰ ਰਹੇ ਹਾਂ ਇੱਕ ਸੀਰੀਜ਼ ਦੇ ਰੂਪ 'ਚ ਕਿ ਆਈਡੀਆ ਆਫ ਪੰਜਾਬ, ਕੁਦਰਤ ਕੀ ਸੀ ਅਤੇ ਕੁਦਰਤ ਦੇ ਨਾਲ ਪੰਜਾਬ ਦਾ ਰਿਸ਼ਤਾ ਕੀ ਸੀ। ਹੜ੍ਹ ਆਏ ਹੋਏ ਨੇ, ਕਿੱਥੋਂ ਟੁੱਟ ਗਏ ਅਸੀਂ। ਜਿੱਥੋਂ ਟੁੱਟਿਆਂ ਅਸੀਂ ਉੱਥੇ ਜਾ ਕੇ ਜੇ ਨਹੀਂ ਜੁੜਾਂਗੇ ਤਾਂ ਫਿਰ ਟੁੱਟੇ ਹੀ ਰਹਾਂਗੇ, ਕਿਉਂਕਿ ਬੰਦੇ ਦਾ ਕੋਈ ਨਾ ਕੋਈ ਕਨੈਕਸ਼ਨ ਹੁੰਦਾ ਗਾ। ਕੌਮਾਂ ਦੇ ਕਨੈਕਸ਼ਨ ਹੁੰਦੇ ਨੇ ਜਿਹੜੇ ਦਿਖਦੇ ਨਹੀਂ ਹੁੰਦੇ, ਪਰ ਉਹ ਹੋਣੇ ਚਾਹੀਦੇ ਨੇ। ਗੱਲਬਾਤ ਕਰਾਂਗੇ ਅੱਜ ਪਰਮਜੀਤ ਸਿੰਘ ਗਾਜੀ ਦੇ ਨਾਲ, ਜਿਹੜੇ ਸਿੱਖ ਚਿੰਤਕ ਨੇ, ਸਿੱਖ ਮਸਲਿਆਂ 'ਤੇ ਲਿਖਦੇ ਨੇ, ਬੋਲਦੇ ਨੇ। ਪਾਣੀ 'ਤੇ ਜਿਨ੍ਹਾਂ ਦਾ ਇੱਕ ਕੰਮ ਆ, ਪਾਣੀ ਦੇ ਉੱਤੇ ਲਗਾਤਾਰ ਲਿਖਦੇ ਬੋਲਦੇ ਰਹੇ ਨੇ। ਹੜ੍ਹਾਂ ਬਾਰੇ ਉਹ ਕੀ ਸੋਚਦੇ ਨੇ ਅਤੇ ਪੰਜਾਬ ਦੇ ਨਾਲ ਇਹਨਾਂ ਗੱਲਾਂ ਦਾ ਰਿਸ਼ਤਾ ਕੀ ਹੋਣਾ ਚਾਹੀਦਾ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਇੱਕ ਸ਼ਬਦ ਆ, ਜਾਂ ਅਸੀਂ ਬਾਇਓਡਿਵਰਸਿਟੀ ਦੀ ਗੱਲ ਕਰਦੇ ਹਾਂ, ਜਾਂ ਅਸੀਂ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਹੰਢਣਸਾਰ ਵਿਕਾਸ ਕੀ ਹੈਗਾ। ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦਾ, ਪੰਜਾਬ ਕਿੱਥੋਂ ਟੁੱਟਿਆ ਗਾ? ਦੇਖੋ, ਕੁਦਰਤ ਨੇ ਇੱਕ ਨਿਜ਼ਾਮ ਸਿਰਜਿਆ ਜਿਹੜਾ ਆਪਣੀ ਹੀ ਚਾਲ ਤੈਅ ਕਰਦਾ ਹੈ। ਜਦੋਂ ਉਸ ਚਾਲ ਦੇ ਵਿੱਚ ਮਨੁੱਖ ਵੱਲੋਂ ਕੀਤੀਆਂ ਹੋਈਆਂ ਜਿਹੜੀਆਂ ਕਾਰਵਾਈਆਂ ਨੇ ਉਹ ਵਿਘਨ ਪੈਦਾ ਕਰਦੀਆਂ, ਅਤੇ ਫਿਰ ਇਸ ਤਰ੍ਹਾਂ ਦੇ ਵਰਤਾਰੇ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਦੁਨੀਆ ਦਾ ਇਤਿਹਾਸ ਜਿਹੜਾ ਆ ਉਹ ਇਹੋ ਜਿਹੀਆਂ ਮਿਸਾਲਾਂ ਦੇ ਨਾਲ ਭਰਿਆ ਪਿਆ ਆ। ਅਤੇ ਪੰਜਾਬ ਵਿੱਚ ਜੋ ਹੋਇਆ, ਅੱਜ ਜੋ ਹੋ ਰਿਹਾ ਆ, ਇਸ ਤੋਂ ਪਹਿਲਾਂ 2019 ਦੇ ਵਿੱਚ ਆਪਾਂ ਵਾਪਰਦਾ ਦੇਖਿਆ ਸੀਗਾ। ਅੱਜ ਅਸੀਂ 2019 ਦਾ ਹੀ ਇੱਕ ਵੱਡਾ ਰੂਪ ਜਿਹੜਾ ਆ ਉਹ ਸਾਹਮਣੇ ਦੇਖ ਰਹੇ ਹਾਂ। ਅਤੇ ਜਿਸ ਤਰ੍ਹਾਂ ਦੇ ਅਸਾਰ ਨੇ, ਜੋ ਦੁਨੀਆ ਦੇ ਵਿੱਚ ਗੱਲ ਚੱਲ ਰਹੀ ਹੈ, ਚਾਹੇ ਉਹ ਆਲਮੀ ਤਪਸ਼ ਦੇ ਨਾਲ ਹੋਈ ਮੌਸਮੀ ਤਬਦੀਲੀ ਦੀ ਹੈ, ਜਿਹਦੇ 'ਚ ਇਹ ਗੱਲ ਕਹਿ ਰਹੇ ਕਿ ਜਿਹੜੇ ਮੌਸਮ ਦਾ ਮਿਜ਼ਾਜ ਆ ਉਹ ਅਣਕਿਆਸਿਆ ਹੋ ਜਾਣਾ। ਇਹ ਹੋ ਸਕਦਾ ਆ ਕਿ ਕੁੱਲ ਬਰਸਾਤ ਜਿਹੜੀ ਆ ਤੁਹਾਡੇ ਖਿੱਤੇ ਦੇ ਵਿੱਚ ਘਟ ਰਹੀ ਹੋਵੇ, ਪਰ ਇੱਕਦਮ ਇੰਨਾ ਜ਼ਿਆਦਾ ਮੀਂਹ ਪੈ ਜਾਵੇ ਕਿ ਉਹ ਹੜ੍ਹਾਂ ਵਰਗੀ ਜਿਹੜੀ ਆਫਤ ਆ ਇੰਨੀ ਜ਼ਿਆਦਾ ਗਰਮੀ ਹੋ ਜਾਏ ਕਿ ਅਨਾਜ ਹੀ ਪੈਦਾ ਹੋਣ ਹਟ ਗਿਆ। ਬਹੁਤ ਸਾਰੇ ਅਸੀਂ ਖਿੱਤਿਆਂ 'ਚ ਦੇਖ ਰਹੇ ਹਾਂ ਦੁਨੀਆ ਦੇ, ਜਿੱਥੇ ਇੰਨੀ ਗਰਮੀ ਹੋ ਗਈ ਉੱਥੇ ਨਹੀਂ। ਆਪਾਂ ਆਪਣੇ ਝਾੜ ਘਟਿਆ ਤਾਂ ਦੇਖਿਆ ਹੀ ਹੈ। ਜਿਹੜੀ ਪਿਛਲੀ ਤੋਂ ਪਿਛਲੀ ਕਣਕ ਸੀਗੀ ਉਹਦੇ ਵਿੱਚ ਸਾਰਿਆਂ ਨੂੰ ਪਤਾ ਆ, ਪੰਜਾਬ ਦੇ ਲੋਕ ਤਾਂ ਜ਼ਿਆਦਾ ਖੇਤੀ ਨਾਲ ਜੁੜੇ ਆ, ਦੱਸਣ ਦੀ ਲੋੜ ਨਹੀਂ ਹੈਗੀ ਕਿ ਕੁਛ ਦਿਨਾਂ ਦੀ ਗਰਮੀ ਨੇ ਕਿੰਨਾ ਜ਼ਿਆਦਾ ਝਾੜ ਜਿਹੜਾ ਸੀਗਾ ਉਹਦੇ ਉੱਪਰ ਫਰਕ ਪਾ ਦਿੱਤਾ ਸੀਗਾ। ਸੋ ਜਦੋਂ ਇਹ ਸਾਰਾ ਜੋ ਕੁਝ ਇੱਕ ਵਾਪਰਦਾ ਦਿਸ ਰਿਹਾ ਆ ਸਾਹਮਣੇ, ਅਤੇ ਜਿਸ ਤਰ੍ਹਾਂ ਦੀ ਕਿਆਸਰਾਈ ਮਾਹਰ ਲਾ ਰਹੇ ਨੇ, ਅਤੇ ਜਿਸ ਤਰ੍ਹਾਂ ਦਾ ਅਮਲ ਪਿਛਲੇ ਸਾਰੇ ਸਮੇਂ ਦੇ ਦੌਰਾਨ ਅਸੀਂ ਅਪਣਾਇਆ, ਪਾਣੀ ਦੀ ਮੁੱਢਲੀ ਜਿਹੜੀ ਕਹਿ ਲਓ ਕਿ ਪਾਣੀ ਦੀ ਖਿੱਚ ਆ, ਉਹ ਸਮੁੰਦਰ ਤੋਂ ਭਾਫ ਬਣ ਕੇ ਉੱਡਦਾ ਆ। ਉਹ ਭਾਫ ਜਿਹੜੀ ਆ ਉਹ ਬੱਦਲਾਂ ਦੇ ਰੂਪ ਦੇ ਵਿੱਚ ਪਹਾੜਾਂ ਤੱਕ ਜਾਂਦੀ ਹੈ, ਬਰਸਦੀ ਹੈ, ਅਤੇ ਪਾਣੀ ਦੀ ਇਹ ਤਾਂਘ ਆ ਕਿ ਉਹਨੇ ਦੁਬਾਰਾ ਸਮੁੰਦਰ ਤੱਕ ਪਹੁੰਚਣਾ ਆ। ਸੋ ਜਦੋਂ ਤੁਸੀਂ ਉਸ ਤਾਂਘ ਦੇ ਜਿਹੜੇ ਰਸਤੇ ਸੀਗੇ ਉਹਨਾਂ ਨੂੰ ਰੋਕ ਲਿਆ, ਅਤੇ ਰੋਕਿਆ ਇਸ ਹਿਸਾਬ ਦੇ ਨਾਲ ਕਿ ਪੱਕੇ ਤੌਰ ਦੇ ਉੱਪਰ ਤਾਂ ਰੋਕ ਕੇ ਰੱਖ ਨਹੀਂ ਸਕਦੇ, ਇੱਕ ਹੱਦ ਤੱਕ ਰੋਕਦੇ ਹੋ, ਜਦੋਂ ਉਹਨਾਂ ਨੂੰ ਛੱਡਦੇ ਹੋ ਉਹ ਫਿਰ ਅੱਗੇ ਤਬਾਹੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ। ਤਾਂ ਜਿਹੜਾ ਹੁਣ ਇਸ ਟਾਈਮ ਆਪਾਂ ਦੇਖ ਰਹੇ ਹਾਂਗੇ ਕਿ ਹੜ੍ਹ ਆਏ ਹੋਏ ਨੇਗੇ, ਉਹਦਾ ਕੀ ਤੁਸੀਂ ਉਹਦਾ ਇੰਪੈਕਟ ਕੀ ਦੇਖਦੇ ਹੋਗੇ ਇਸ ਰੈਫਰੈਂਸ ਦੇ ਨਾਲ ਜੇ ਗੱਲ ਕਰੋ? ਦੇਖੋ, ਇੱਕ ਤਾਂ ਬਰਸਾਤ, ਜਿਵੇਂ ਕਿਹਾ ਕਿ ਮੌਸਮ ਅਣਕਿਆਸਿਆ ਹੋਇਆ। ਜਿੰਨਾ ਜ਼ਿਆਦਾ ਮੀਂਹ ਥੋੜ੍ਹੇ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਪਿਆ ਆ, ਇਸ ਤਰ੍ਹਾਂ ਦਾ ਪਿਛਲੇ ਡੇਢ ਦਹਾਕੇ ਦੇ ਵਿੱਚ ਆਪਾਂ ਨਹੀਂ ਸੀ ਦੇਖਿਆ ਪੰਜਾਬ ਦੇ ਵਿੱਚ। ਸੋ ਇੱਕ ਤਾਂ ਇਹ ਵੱਡਾ ਕਾਰਨ ਹੋਇਆ। ਫਿਰ ਜਿੰਨਾ ਪੰਜਾਬ ਦੇ ਨਾਲ ਲੱਗਦੀ ਪਹਾੜਾਂ ਵਾਲੀ ਪੱਟੀ ਹੈਗੀ ਆ, ਸਾਰੀ ਦੇ ਵਿੱਚ ਹੀ ਬਰਸਾਤ ਹੋਈ। ਤੁਸੀਂ ਪੰਜਾਬ ਦੇ ਵਿੱਚ ਦੇਖੋ, ਜੇਕਰ ਆਪਾਂ ਉੱਤਰ ਤੋਂ ਦੱਖਣ ਵੱਲ ਨੂੰ ਦੇਖਦੇ ਹਾਂ ਤਾਂ ਬੜਾ ਲੰਬਾ ਏਰੀਆ ਹੈਗਾ ਆ, ਪਰ ਸਾਰੇ ਦੇ ਵਿੱਚ ਹੀ ਪਹਿਲੋਂ ਅਨੰਦਪੁਰ ਸਾਹਿਬ, ਰੋਪੜ, ਮੋਹਾਲੀ, ਇਹ ਏਰੀਆ ਮਾਰ ਦੇ ਹੇਠ ਆਉਂਦਾ ਆ। ਉਸ ਤੋਂ ਬਾਅਦ ਦੇ ਵਿੱਚ ਪਟਿਆਲਾ, ਫਿਰ ਜਿਹੜਾ ਘੱਗਰ ਦੇ ਨਾਲ ਸਾਰਾ ਇਲਾਕਾ ਜਾਂਦਾ ਉਹ ਆਉਂਦਾ ਆ। ਹੁਣ ਬਿਲਕੁਲ ਉੱਪਰ ਤੁਸੀਂ ਦੇਖ ਲਓ, ਊਝ ਦੇ ਵਿੱਚੋਂ 2.5 ਲੱਖ ਕਿਊਸਿਕ ਪਾਣੀ ਕੱਲ੍ਹ ਦਾ ਛੱਡਿਆ ਆ, ਅਤੇ ਉਹ ਮਤਲਬ ਕਿਸ ਤਰੀਕੇ ਦੇ ਨਾਲ ਜਿਹੜੇ ਉੱਥੇ ਪੱਤਣ ਨੇ, ਜਿਹੜੇ ਪਿੰਡ ਆ ਰਹੇ ਆ, ਸ਼ਹਿਰ ਆ ਰਹੇ ਆ,
ਹਾਲਾਂਕਿ ਕੱਲ੍ਹ ਛੱਡਿਆ, ਹੁਣ ਅੱਜ ਪੂਰੀ ਗੱਲ ਜਿਹੜੀ ਉਹ ਡਿਵੈਲਪ ਹੋ ਕੇ ਸਾਹਮਣੇ ਆਊਗੀ, ਪਰ ਉਹਨਾਂ ਦੇ ਵਿੱਚ ਉਹਨੇ ਮਾਰ ਕੀਤੀ ਹੈ। ਇਸੇ ਦੌਰਾਨ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਵੱਡੇ ਚੋਅ ਸੀਗੇ, ਉਹ ਸਾਰੇ ਜਿਹੜੇ ਪਿਛਲੇ ਲਗਭਗ 1.5 ਦਹਾਕੇ ਤੋਂ ਬੰਦ ਪਏ ਹੋਏ ਸੀਗੇ, ਉਹ ਵੀ ਸਾਰੇ ਚੱਲੇ ਆ। ਸੋ ਉਹਦੇ ਵਿੱਚੋਂ ਪਤਾ ਲੱਗਦਾ ਕਿ ਇੱਕ ਤਾਂ ਮੌਸਮ ਦਾ ਮਿਜ਼ਾਜ ਜੋ ਪਿਛਲੇ 1.5 ਸਾਲ ਤੋਂ ਅਸੀਂ ਦੇਖ ਲਿਆ ਸੀ ਅਤੇ ਅਸੀਂ ਮੰਨ ਲਿਆ ਸੀਗਾ ਕਿ ਇੱਦਾਂ ਹੀ ਰਹਿਣਾ ਆ, ਉਹ ਉਸ ਤਰ੍ਹਾਂ ਨਹੀਂ ਰਿਹਾ, ਉਹ ਬਦਲਿਆ ਹੈ। ਇੱਕ ਤਾਂ ਇਹ ਕਾਰਨ ਹੈਗਾ। ਦੂਸਰੀ ਜਿਹੜੀ ਗੱਲ ਚੱਲ ਰਹੀ ਸੀ ਉਸੇ ਦੇ ਵਿੱਚੋਂ ਹੀ ਦੂਜੀ ਗੱਲ ਆਪਾਂ ਕੀਤੀ ਸੀ ਕਿ ਉਹ ਜਿਹੜਾ ਪਾਣੀ ਦੀ ਤਾਂਘ ਆ ਦੁਬਾਰਾ ਪਹੁੰਚਣ ਦੀ, ਉਹਦੇ ਰਾਹ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਹੋਈ ਅੜਿੱਕੇ ਲਾਉਣ ਦੇ ਵਾਸਤੇ। ਖਰੜ ਆਪਣੇ ਲਾਗੇ ਜਿੱਥੇ ਬੈਠੇ ਹਾਂ ਆਪਾਂ, ਦੇਖਿਆ ਉੱਥੇ 2 ਕੋਠੀਆਂ ਡਿੱਗਦੀਆਂ ਸਾਰਿਆਂ ਨੇ ਦੇਖੀਆਂ, ਪਰ ਤੁਸੀਂ ਕਿਸੇ ਵੀ ਪੁਰਾਣੇ ਬੰਦੇ ਨੂੰ ਜਾ ਕੇ ਪੁੱਛੋ, ਮੈਂ ਪੁੱਛਿਆ ਉੱਥੋਂ ਦੇ ਜਿਹੜੇ ਜਾਣਕਾਰ ਸੀਗੇ, ਉਹ ਕਹਿੰਦੇ ਜੀ ਇਹ ਬਿਲਕੁਲ ਨਦੀ ਦੇ ਵਹਿਣ ਦੇ ਵਿੱਚ ਬਣੀਆਂ ਹੋਈਆਂ ਸੀਗੀਆਂ। ਜਿੱਥੇ ਨਦੀਆਂ ਵਗਦੀਆਂ ਸੀ ਉੱਥੇ ਅਸੀਂ ਕੰਸਟਰਕਸ਼ਨ ਕਰ, ਜਦੋਂ ਉਸ ਥਾਂ ਦੇ ਉੱਪਰ 2-2 ਮੰਜ਼ਲੀ ਕੋਠੀਆਂ ਬਣਾਈਆਂ ਨੇ, ਉਹ ਸਭ ਨੇ ਦੇਖੀ ਉਹ ਕਿਸ ਤਰੀਕੇ ਦੇ ਨਾਲ ਡਿੱਗੀ ਆ। ਪਾਣੀ ਨੇ ਦੇਖੋ ਆਪਣਾ ਰਾਹ ਬਣਾਉਣਾ ਹੀ ਬਣਾਉਣਾ। ਸ਼ੇਰ ਵੀ ਹੈਗਾ, ਹਮ ਤੋਂ ਦਰਿਆ ਹੈ ਹमें अपना हुनर मालूम है, ਜਿਸ ਤਰਫ ਵੀ ਚੱਲ ਪੜेंगे ਰਾਸਤਾ ਹੋ ਜਾਏਗਾ। ਉਹ ਐਵੇਂ ਤਾਂ ਹੈ ਨਹੀਂ, ਪਾਣੀ ਆਪਣਾ ਰਾਹ ਜਿਹੜਾ ਉਹ ਲੱਭ ਲੈਂਦਾ। ਔਰ ਪਾਣੀ ਅਸੀਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਪਾਣੀ ਜਿਹੜੇ ਸ਼ਰਰੇ ਜਿਹੜੀਆਂ ਸੀਰਾਂ ਵਗਦੀਆਂ ਸੀਗੀਆਂ ਪਹਿਲਾਂ, ਉਹ ਸਾਰੀਆਂ ਹੀ ਵਗੀਆਂ ਨੇ ਇਸ ਵਾਰ, ਬਹੁਤੀਆਂ ਵਗੀਆਂ ਨੇ। ਸੋ ਇਹਦਾ ਮਤਲਬ ਇਹ ਹੈ ਕਿ ਪਾਣੀ ਦੇ ਜੋ ਕੁਦਰਤੀ ਵਹਿਣ ਸੀਗੇ ਉਹ ਲੱਭ ਰਿਹਾ ਹੈ। ਉਹਦੇ ਰਾਹ ਦੇ ਵਿੱਚ ਜਦੋਂ ਮਨੁੱਖ ਦਾ ਕੀਤਾ ਹੋਇਆ ਵਿਕਾਸ ਆ ਰਿਹਾ ਹੈ, ਅਸਲ ਦੇ ਵਿੱਚ ਉਹ ਵਿਕਾਸ ਕਿਤੇ ਨਾ ਕਿਤੇ ਆਪਣੇ ਨਾਲ ਆਪਣੀ ਬੁਨਿਆਦ ਦੇ ਵਿੱਚ ਵਿਨਾਸ਼ ਲੈ ਕੇ ਬੈਠਾ ਸੀਗਾ, ਜਿਹਦੇ ਨਤੀਜੇ ਸਾਹਮਣੇ ਆਏ। ਹਾਂਜੀ, ਜਿਹੜਾ ਅਸੀਂ ਪੱਧਰਾ ਕਰਨ ਵਾਲੇ ਪਾਸੇ ਹੋਏ ਪਏ ਆਂਗੇ ਨਾ, ਵੀ ਸਾਰੀ ਚੀਜ਼ ਨੂੰ ਪੱਧਰਾ ਕਰ ਦਿਓ, ਵੀ ਅਸੀਂ ਸੁਪਰੀਮ ਆ, ਮਨੁੱਖ ਸੁਪਰੀਮ ਹੋ ਗਿਆ ਇਸ ਪੂਰੀ ਕੁਦਰਤ 'ਚ। ਜਦੋਂ ਕਿ ਐਂ ਤਾਂ ਹੈ ਨਹੀਂ, ਕੁਦਰਤ ਤਾਂ ਸਭ ਲਈ ਹੈਗੀ। ਬਾਇਓਡਾਇਵਰਸਿਟੀ ਜਦੋਂ ਅਸੀਂ ਗੱਲ ਕਰਦੇ ਹਾਂ, ਇਕੋਲੋਜੀ ਦੀ ਗੱਲ ਕਰਦੇ ਹਾਂ ਜਦੋਂ ਅਸੀਂ, ਤਾਂ ਇਹ ਪੱਧਰੇ ਹੋਣ ਵਾਲੀ ਕਹਾਣੀ ਕੀ ਹੈ? ਜਿਵੇਂ ਤੁਸੀਂ ਇੰਗਲੈਂਡ ਵਾਲੀ ਇੱਕ ਸੁਣਾ ਰਹੇ ਸੀ। ਮੈਂ ਸਿੰਪਲ ਜੀ ਗੱਲ ਦੱਸਦਾ, ਜਿੰਨੇ ਆਪਣੇ ਪੰਜਾਬ ਦੇ ਵਿੱਚ ਪੁਰਾਣੇ ਚੋਅ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਰਸਤੇ ਲੰਘਦੇ ਆ, ਪਰ ਤੁਸੀਂ ਦੇਖੋ ਪੁਰਾਣੇ ਰਾਹ ਸਾਰੇ ਜਿੱਥੋਂ ਚੋਅ ਆ ਜਾਂਦਾ ਸੀਗਾ, ਉੱਥੋਂ ਕਿਤੇ ਵੀ ਪੁਲ ਨਹੀਂ ਸੀ ਬਣਦਾ। ਉਹ ਜਦੋਂ ਚੋਅ ਵਗਦਾ ਸੀਗਾ ਉਦੋਂ ਰਸਤਾ ਬੰਦ ਹੋ ਜਾਂਦਾ ਸੀਗਾ। ਉੱਦਾਂ ਉਹ ਚੋਅ ਜਿਹੜਾ ਆ ਉਹਦੇ ਵਿੱਚੋਂ ਦੀ ਹੀ ਰਸਤਾ ਬਣਿਆ ਹੁੰਦਾ ਸੀ। ਸਾਡੇ ਨਾਨਕੇ, ਮੈਨੂੰ ਯਾਦ ਹੈ ਜਦੋਂ ਅਸੀਂ ਜਾਂਦੇ ਸੀਗੇ ਤਾਂ ਉਹ ਸੜਕ ਜਿਹੜੀ ਆ ਉਹ ਚੋਅ ਦੇ ਵਿੱਚ ਦੀ ਬਣੀ ਹੁੰਦੀ ਸੀਗੀ। ਵੱਧ ਤੋਂ ਵੱਧ ਬਰਸਾਤ ਦੇ ਵਿੱਚ ਉਹਦਾ ਜਿੰਨਾ ਥੋੜ੍ਹਾ ਜਿਹਾ ਟੋਟਾ 50-100 ਫੁੱਟ ਦਾ ਉਹ ਹਟ ਜਾਂਦਾ ਸੀਗਾ, ਉਹ ਦੁਬਾਰਾ ਬਣਾ ਦਿੰਦੇ ਸੀਗੇ ਅਤੇ ਪਾਣੀ ਜਿਹੜਾ ਆ ਉਹ ਆਪਣਾ ਰਾਹ ਲੱਭ ਲੈਂਦਾ ਸੀਗਾ। ਦੂਸਰਾ, ਦੁਨੀਆ ਦੇ ਵਿੱਚ ਤੁਸੀਂ ਦੇਖੋ ਜਿੱਥੇ ਵੀ ਕਿਤੇ ਹੋਇਆ, ਜਿਸ ਤਰ੍ਹਾਂ ਇੰਗਲੈਂਡ ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਸੀਗਾ ਕਿ ਜੇਕਰ ਉੱਥੇ ਕਿਸੇ ਢਲਾਣ ਦੇ ਉੱਪਰ ਮਕਾਨ ਬਣਿਆ, ਕੁਛ ਮਕਾਨ ਜਿਹੜਾ ਉਹ ਪੱਧਰੀ ਥਾਂ 'ਤੇ ਹੈ, ਕੁਛ ਢਲਾਣ ਦੇ ਉੱਪਰ ਹੈ, ਅਤੇ ਉਹਨਾਂ ਨੇ ਉਨੀ ਮਕਾਨ ਜਿੰਨਾ ਥਾਂ ਵੀ ਜਿਹੜਾ ਹੈ ਉਹ ਪੱਧਰਾ ਕੋਈ ਨਹੀਂ ਕੀਤਾ ਹੈਗਾ। ਸੋ ਉਹ ਤੁਸੀਂ ਦੇਖੋਗੇ ਕਿ ਮਕਾਨ ਦੀ ਜਿਹੜੀ ਪੱਧਰੇ ਥਾਂ ਵਾਲੀ ਨੀਂਹ ਹੈ ਉਹ ਉੱਚੀ ਹੈ, ਜਿਹੜੀ ਢਲਾਣ ਵਾਲੀ ਆ ਉਹ ਥੱਲਿਓਂ ਸ਼ੁਰੂ ਕਰਕੇ ਉਹਨਾਂ ਨੇ ਬਰਾਬਰ ਲੈ ਆਂਦਾ। ਕਿਉਂਕਿ ਇਹ ਗੱਲ ਮੰਨੀ ਹੋਈ ਹੈ ਕਿ ਜਿਹੜੇ ਕੁਦਰਤ ਨੇ ਆਪਣੇ ਰਾਹ ਬਣਾਏ ਨੇ, ਨਕਸ਼ ਬਣਾਏ ਨੇ, ਉਹ ਸਦੀਆਂ ਦੇ ਵਿੱਚ ਬਣੇ ਹੈ। ਸੋ ਜੇ ਉਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਡਾਵਾਂਗੇ ਤਾਂ ਉਹ ਮਤਲਬ ਜਿਸ ਤਰ੍ਹਾਂ ਕਿਹਾ ਹੀ ਆ ਕਿ ਇਸ ਤਰ੍ਹਾਂ ਦਾ ਹੋਣ ਵਾਲਾ ਜਿਹੜਾ ਵਿਕਾਸ ਆ ਉਹ ਆਪਣੀ ਨੀਂਹ ਦੇ ਵਿੱਚ ਹੀ ਵਿਨਾਸ਼ ਨੂੰ ਸੱਦਾ ਜਿਹੜਾ ਆ ਉਹ ਲੈ ਕੇ ਚੱਲਦਾ। ਇੱਥੇ ਵੀ ਜਿਵੇਂ ਅਸੀਂ ਟਿੱਬੇ ਪੱਧਰੇ ਕੀਤੇ, ਜਿਵੇਂ ਅਸੀਂ ਥਾਵਾਂ ਪੱਧਰੀਆਂ ਕੀਤੀਆਂ, ਪੰਜਾਬ ਦੇ ਅੰਦਰ ਵੀ ਆਪਾਂ ਦੇਖਦੇ ਹੁੰਦੇ ਸੀ ਪਹਿਲਾਂ, ਉਹਨਾਂ ਨਾਲ ਦਰਖਤ ਵੀ ਚਲੇ ਗਏ, ਉਹਨਾਂ ਨਾਲ ਸਾਰਾ ਪੂਰੀ ਇਕੋਲੋਜੀ। ਬਿਲਕੁਲ ਰੁੱਖਾਂ ਵਾਲੀ ਗੱਲ ਦੇ ਉੱਪਰ ਹੀ ਆਉਣਾ ਚਾਹੁੰਦਾ ਸੀਗਾ। ਪੰਜਾਬ ਦਾ ਜੋ ਹੁਣ ਜਿਹੜੀ ਸਟੇਟ ਆਫ ਦਾ ਫੋਰੈਸਟ ਰਿਪੋਰਟ 2021 ਜਾਰੀ ਹੋਈ, ਉਹਦੇ ਵਿੱਚ ਪੰਜਾਬ ਦਾ ਰੁੱਖਾਂ ਹੇਠ ਜਿਹੜਾ ਰਕਬਾ ਆ ਉਹ 3.67% ਉਹਨਾਂ ਨੇ ਜੰਗਲ ਦੱਸਿਆ, ਜਿਹਦੇ 'ਚ ਵੈਰੀ ਡੈਂਸ ਫੋਰੈਸਟ, ਡੈਂਸਡ ਫੋਰੈਸਟ ਅਤੇ ਅਦਰ ਫੋਰੈਸਟ ਜਿਹੜੇ ਆ ਉਹ 3 ਸ਼੍ਰੇਣੀਆਂ ਆ ਜਾਂਦੀਆਂ ਨੇ। ਜਿਹੜਾ ਕੁੱਲ ਰੁੱਖਾਂ ਦੀ ਛਤਰੀ ਹੇਠ ਰਕਬਾ ਆ ਉਹ 6.17% ਹੈ। ਅਤੇ ਕਿਸੇ ਵੀ ਖਿੱਤੇ ਦੇ ਵਿੱਚ ਆਮ ਆਪਾਂ ਇਹ ਮੰਨਦੇ ਹਾਂ ਕਿ ਤੀਜਾ ਹਿੱਸਾ ਜਿਹੜਾ ਆ ਉਹ ਰੁੱਖਾਂ ਦੀ ਛਤਰੀ ਦੇ ਹੇਠ ਹੋਣਾ ਚਾਹੀਦਾ, ਮਤਲਬ 33% ਹੋਣਾ ਚਾਹੀਦਾ। ਆਦਰਸ਼ਕ ਹੈ, ਦੁਨੀਆ 'ਚ ਕਿਤੇ ਨਹੀਂ ਹੈਗਾ। ਇੰਡੀਆ ਦੇ ਵਿੱਚ ਵੀ 21% ਜਿਹੜਾ ਆ, ਪਰ ਕਹਿੰਦੇ ਭੂਟਾਨ ਨੇ ਕੀਤਾ ਐਕਸਪੈਰੀਮੈਂਟ, 21% ਜਿਹੜਾ ਆ ਉਹ ਮਤਲਬ ਕਾਫੀ ਜ਼ਿਆਦਾ ਹੈਗਾ ਜੇਕਰ ਆਪਾਂ ਪੰਜਾਬ ਦੇ ਮੁਕਾਬਲੇ ਦੇਖਦੇ ਹਾਂ। ਪਰ ਉਹ ਆਪਾਂ ਦੇਖਿਆ ਕਿ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਜ਼ਮੀਨ ਜਿਹੜੀ ਆ ਖਾਸ ਕਰਕੇ ਝੋਨੇ ਦੇ ਵਾਸਤੇ ਪੱਧਰੀ ਕੀਤੀ ਗਈ। ਉਹਨੂੰ ਹੁਣ ਤਾਂ ਬਿਲਕੁਲ ਹੀ ਲੇਜ਼ਰ ਲੈਵਲਿੰਗ ਅਤੇ ਉਸ ਤਰ੍ਹਾਂ ਦੀਆਂ ਤਕਨੀਕਾਂ, ਕਿਉਂਕਿ ਜਦੋਂ ਵੀ ਤੁਸੀਂ ਕੋਈ ਇੱਕ ਸੌਖ ਪੈਦਾ ਕਰਦੇ ਹੋ ਉਹ ਆਪਣੇ ਨਾਲ ਔਖ ਦੇ ਜਿਹੜੇ ਰਾਹ ਨੇ ਉਹ ਲੈ ਕੇ ਆਉਂਦੀ ਹੀ ਆਉਂਦੀ ਹੈ। ਇਹ ਕੁਦਰਤ ਦਾ ਅਸੂਲ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਦੇਖ ਲਵੇ, ਜਿੰਨੀਆਂ ਸੁੱਖ ਸਹੂਲਤਾਂ ਆਪਾਂ ਇਕੱਠੀਆਂ ਕਰਦੇ ਹਾਂ, ਕੁਦਰਤੀ ਜੀਵਨ ਤੋਂ ਟੁੱਟਦੇ ਹਾਂ, ਉਨੀਆਂ ਬਿਮਾਰੀਆਂ, ਉਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਵੱਧਦੀਆਂ ਨੇ। ਈਵਨ ਖੇਤੀ ਵੀ ਜਿਹੜੀ ਹੈ, ਇਹ ਦੁਨੀਆ ਦੇ ਵਿੱਚ ਮੰਨਿਆ ਹੋਇਆ ਤੱਥ ਹੈ ਕਿ ਪੱਧਰੀ ਕਰਨ ਦੇ ਨਾਲ ਜ਼ਮੀਨ ਘਟਦੀ ਹੈ, ਕਿਉਂਕਿ ਜਿੱਥੇ ਟੋਆ ਆ, ਟਿੱਬਾ ਆ,
ਦੋਵਾਂ ਹੀ ਥਾਵਾਂ ਦੇ ਵਿੱਚ ਜ਼ਮੀਨ ਦਾ ਸਰਫੇਸ ਏਰੀਆ ਜ਼ਿਆਦਾ ਹੁੰਦਾ ਹੈ। ਜਦੋਂ ਤੁਸੀਂ ਉਹਨੂੰ ਪੱਧਰੀ ਕਰਕੇ ਲੈਵਲ ਕਰ ਲੈਂਦੇ ਹੋ, ਉਹਦਾ ਸਰਫੇਸ ਏਰੀਆ ਘਟ ਜਾਂਦਾ ਆ। ਸੋ ਇੱਕ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਮੰਨਿਆ ਜਾਂਦਾ। ਔਰ ਕਰ ਕਿਉਂ ਰਹੇ ਹੈ? ਫਲੱਡ ਇਰੀਗੇਸ਼ਨ ਦੇ ਵਾਸਤੇ, ਕਿਉਂਕਿ ਅਸੀਂ ਹੜਾ ਕੇ ਪਾਣੀ, ਜ਼ਮੀਨ ਹੜਾ ਕੇ ਪਾਣੀ ਲਾਉਣਾ ਆ, ਹੈ ਨਾ। ਲਗਾਤਾਰ ਨੱਕਾ ਛੱਡਿਆ ਆ, ਪਾਣੀ ਜਾ ਰਿਹਾ ਹੈ। ਜਿਵੇਂ ਝੋਨਾ ਸਾਡੀ ਫਸਲ ਨਹੀਂ ਹੈਗਾ, ਹੈ ਨਾ, ਇੱਥੇ ਪੈਦਾ ਕੀਤਾ ਜਾਂਦਾ। ਝੋਨਾ ਸਾਡੀ ਕੁਦਰਤੀ ਫਸਲ ਨਹੀਂ ਹੈ ਪੰਜਾਬ ਦੀ। ਦੇਖੋ 1968 ਦੇ ਵਿੱਚ ਪੰਜਾਬ ਦੇ 7% ਦੀ ਰਕਬੇ ਦੇ ਵਿੱਚ ਝੋਨਾ ਲੱਗਦਾ ਸੀਗਾ, ਔਰ 2020 ਦੇ ਵਿੱਚ ਤਕਰੀਬਨ 77% ਦੀ ਰਕਬੇ ਦੇ ਵਿੱਚ ਝੋਨਾ ਲੱਗਦਾ ਸੀ। ਆਪਾਂ ਸ਼ਾਇਦ ਇਹ ਪਰਸੈਂਟੇਜ ਦੱਸਣ ਦੇ ਨਾਲ ਗੱਲ ਸਮਝ ਨਹੀਂ ਆਉਂਦੀ ਕਿ ਕਿੰਨੀ ਜ਼ਮੀਨ ਦੇ ਵਿੱਚ ਝੋਨਾ ਲੱਗ ਰਿਹਾ ਹੈ। ਪੰਜਾਬ ਦੇ ਵਿੱਚ 1 ਕਰੋੜ 5 ਲੱਖ ਏਕੜ ਵਾਹੀ ਹੇਠ ਰਕਬਾ ਆ, ਜੋ ਸਰਕਾਰ ਦਾ ਐਬਸਟਰੈਕਟ ਇਹ ਸਟੈਟਿਸਟੀਕਲ ਜਾਰੀ ਕਰਦੇ ਆ ਉਹਦੇ ਮੁਤਾਬਕ। ਉਹਦੇ ਵਿੱਚੋਂ ਲਗਭਗ 77 ਲੱਖ ਏਕੜ ਦੇ ਵਿੱਚ ਝੋਨਾ ਲੱਗਦਾ ਆ। ਔਰ ਇੰਨਾ ਜ਼ਿਆਦਾ ਰਕਬਾ ਤੁਸੀਂ ਦੇਖੋ, ਇੱਕ ਤਕਰੀਬਨ 50,000 ਸਕੁਅਰ ਕਿਲੋਮੀਟਰ ਦਾ ਏਰੀਆ ਆ, ਉਹਦੇ ਵਿੱਚ 1 ਕਰੋੜ ਏਕੜ 1 ਕਰੋੜ 5 ਲੱਖ ਏਕੜ ਖੇਤੀ ਹੇਠ ਜ਼ਮੀਨ ਆ, ਅਤੇ ਉਹਦੇ ਵਿੱਚੋਂ 77 ਲੱਖ ਦੇ ਉੱਪਰ ਅਸੀਂ ਇੱਕ ਆਰਟੀਫਿਸ਼ੀਅਲ ਲੇਕ ਜਿਹੜੀ ਹੈ ਉਹ ਗਰਮੀਆਂ ਦੇ ਵਿੱਚ ਬਣਾ ਕੇ ਰੱਖ ਦਿੰਦੇ ਹਾਂ, ਜਿਹਦੇ ਕਰਕੇ ਪੰਜਾਬ ਦੇ ਵਿੱਚ ਵੱਖਰੀ ਤਰ੍ਹਾਂ ਦੀਆਂ ਮੌਸਮੀ ਤਬਦੀਲੀਆਂ, ਵੱਖਰੀ ਤਰ੍ਹਾਂ ਦੀਆਂ ਬਿਮਾਰੀਆਂ, ਉਹ ਸਾਰੀਆਂ ਸਮੱਸਿਆਵਾਂ ਆਈਆਂ। ਹਾਲਾਂਕਿ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਝੋਨੇ ਦੀ ਖਪਤ ਵੀ ਨਹੀਂ ਹੈਗੀ, ਪਰ ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਪਰ ਇਹ ਵੀ ਤਾਂ ਜਦੋਂ ਲੋਕਲਾਈਜੇਸ਼ਨ ਦੀ ਗੱਲ ਹੁੰਦੀ ਹੈ, ਇੱਕ ਨਾਅਰਾ ਦਿੱਤਾ ਜਾਂਦਾ ਨਾ, ਜਿਹੜਾ ਲੋਕਲੀ ਚੀਜ਼ਾਂ ਨੂੰ ਐਡਜਸਟ ਕਰੋ ਔਰ ਥਿੰਕ ਗਲੋਬਲੀ, ਐਕਟ ਲੋਕਲੀ ਜਦੋਂ ਕਹਿੰਦੇ ਹੈਗੇ ਨਾ। ਲੋਕਲ ਜਿਹੜੀਆਂ ਚੀਜ਼ਾਂ ਸੀ, ਲੋਕਲ ਚੀਜ਼ਾਂ ਸਥਾਨਕਤਾ ਸੀ, ਜੋ ਸਥਾਨਕਤਾ ਮਾਰਤੀ ਗਲੋਬਲਾਈਜੇਸ਼ਨ ਨੇ ਇੱਕ ਤਰ੍ਹਾਂ, ਹੈ ਨਾ। ਅਸੀਂ ਵੈਸਟ ਤੋਂ ਹੀ ਸਾਡੇ ਦਿਮਾਗ 'ਚ ਪੱਛਮ ਆ, ਕਿਉਂਕਿ ਸਾਰਾ ਕੁਛ ਤਕਨੀਕ ਉਵੇਂ ਚੱਲ ਰਹੀ ਹੈਗੀ, ਅਤੇ ਸਾਡੇ ਐਕਟ ਨੇ ਜਿਹੜੇ ਉਹ, ਜਾਂ ਸਾਡਾ ਜਿਹੜਾ ਰੂਪ ਆ ਉਹ ਵੱਖਰੇ ਤਰ੍ਹਾਂ ਦਾ ਗਾ। ਜਿਹੜਾ ਉਰੇ ਲੋਕਲ ਪੈਦਾ ਹੋਣੀਆਂ ਸੀ ਚੀਜ਼ਾਂ, ਉਹ ਪੈਦਾ ਹੋਣ ਦੀ ਥਾਂ ਜਦੋਂ ਇਸ ਤਰ੍ਹਾਂ, ਜਿਵੇਂ ਉਰੇ ਚਾਹ ਲੈ ਕੇ ਆਇਆ ਬ੍ਰਿਟਿਸ਼, ਹੈ ਨਾ, ਕੌਫੀ ਲੈ ਆਇਆ, ਜਾਂ ਝੋਨੇ ਦੀ ਜਿਹੜੀ ਇੱਥੇ ਫਸਲ ਹੋਣ ਲੱਗੀ ਪੰਜਾਬ ਦੀ, ਇਹ ਗੈਰ ਕੁਦਰਤੀ ਹੈ ਪੰਜਾਬ ਲਈ। ਨਹੀਂ, ਉਹਦੇ ਵਿੱਚ ਇਹੀ ਗੱਲ ਨਾ, ਕਿਉਂਕਿ ਪੰਜਾਬ ਸਿਆਸੀ ਤੌਰ ਦੇ ਉੱਪਰ ਜੇਕਰ ਆਪਾਂ ਦੇਖੀਏ ਤਾਂ ਇੱਕ ਖੁਦ ਮੁਖਤਿਆਰ ਖਿੱਤਾ ਜਿਹੜਾ ਆ ਉਹ ਨਹੀਂ ਹੈਗਾ। ਸੋ ਜਿਸ ਤਰ੍ਹਾਂ ਦਾ 1947 ਦੀ ਜੇ ਗੱਲ ਕਰੀਏ, 1947 ਤੋਂ ਪਹਿਲਾਂ, ਤਾਂ ਬਸਤੀਵਾਦ ਅਸੀਂ ਕਿਹਨੂੰ ਕਹਿੰਦੇ ਹਾਂ ਕਿ ਜਿੱਥੇ ਤੁਹਾਡੀਆਂ ਸਥਾਨਕ ਸਾਧਨ ਜਿਹੜੇ ਆ ਉਹ ਤੁਹਾਡੀਆਂ ਸਥਾਨਕ ਜ਼ਰੂਰਤਾਂ ਦੀ ਪੂਰਤੀ ਅਤੇ ਤੁਹਾਡੇ ਸਥਾਨਕ ਹਿੱਤਾਂ ਦੀ ਪੂਰਤੀ ਦੇ ਵਾਸਤੇ ਨਹੀਂ ਵਰਤੇ ਜਾ ਰਹੇ, ਬਲਕਿ ਜਿਹੜੀ ਰਾਜਸੀ ਤਾਕਤ ਹੈ ਉਹਦੇ ਹਿੱਤਾਂ ਦੀ ਪੂਰਤੀ ਦੇ ਵਾਸਤੇ ਅਤੇ ਉਹਦੀਆਂ ਜੋ ਲੋੜਾਂ ਨੇ ਉਹਨਾਂ ਦੀ ਪੂਰਤੀ ਦੇ ਵਾਸਤੇ ਵਰਤੇ ਜਾ ਰਹੇ ਆ। ਪੰਜਾਬ ਦੇ ਨਾਲ 1947 ਤੋਂ ਬਾਅਦ ਵੀ ਇਸੇ ਤਰ੍ਹਾਂ ਹੀ ਹੋ ਰਿਹਾ, ਨਹੀਂ ਤਾਂ ਇੰਨੇ ਵੱਡੇ ਪੱਧਰ ਦੇ ਉੱਪਰ ਝੋਨਾ ਪੰਜਾਬ ਦੇ ਵਿੱਚ ਲਾਉਣ ਦੀ ਜ਼ਰੂਰਤ ਨਹੀਂ ਸੀਗੀ। ਗ੍ਰੀਨ ਰੈਵੋਲੂਸ਼ਨ ਦੀ ਵੀ ਜੇ ਗੱਲ ਕਰੀਏ ਤਾਂ ਉਹ ਤਜਰਬਾ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਕੀਤਾ ਗਿਆ ਸੀਗਾ, ਪਰ ਪੰਜਾਬ ਦੇ ਵਿੱਚ ਉਹ ਬਿਲਕੁਲ ਵਿਆਪਕ ਪੱਧਰ ਦੇ ਉੱਪਰ ਜਿਹੜਾ ਉਹ ਕੀਤਾ ਗਿਆ। ਅੱਜ ਜਦੋਂ ਇਹ ਗੱਲਾਂ ਕਰਦੇ ਆ ਤਾਂ ਬਹੁਤ ਸਾਰਾ ਹਿੱਸਾ ਅਫਸਰਸ਼ਾਹੀ 'ਚੋਂ ਜਾਂ ਪੰਜਾਬ ਦੇ ਸੋਚਣ ਵਾਲਿਆਂ ਦੇ ਵਿੱਚੋਂ ਇਹ ਗੱਲਾਂ ਕਹਿੰਦੇ ਆ ਕਿ ਜਿਹੜੀਆਂ ਕੋਠੀਆਂ ਬਣੀਆਂ ਨੇ ਪੰਜਾਬ 'ਚ ਇਹਦੇ ਕਰਕੇ ਬਣੀਆਂ, ਪਰ ਇਹ ਗੱਲ ਗਲਤ ਹੈ। ਕਿਸੇ ਦੀ ਕੋਠੀ ਝੋਨੇ ਕਰਕੇ ਨਹੀਂ ਬਣੀ ਹੋਈ। ਜੇਕਰ ਆਪਾਂ ਦੇਖੀਏ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਹੀ ਹਾਂ, ਜੇ ਇੰਨੀ ਗੱਲ ਹੋਵੇ, ਇੰਨਾ ਹੀ ਜ਼ਿਆਦਾ ਇਹਨੀ ਇਹ ਕੀਤਾ ਹੋਵੇ, ਉਹ ਜਿੰਨੀਆਂ ਬਣੀਆਂ ਨੇ ਉਹ ਜਿਹੜੇ ਲੋਕ ਪੰਜਾਬ ਦੇ ਵਿੱਚੋਂ ਮਾਈਗ੍ਰੇਟ ਕਰਕੇ ਗਏ, ਪੈਸਾ ਇੱਧਰ ਆਇਆ, ਜ਼ਿਆਦਾਤਰ ਦੀ ਤੁਸੀਂ ਖੋਜਬੀਨ ਕਰਕੇ ਦੇਖੋ। ਮੇਰੀ ਵੀ ਇੱਕ ਅਫਸਰ ਦੇ ਨਾਲ ਗੱਲ ਹੋਈ ਇੱਕ ਸਮਾਗਮ ਦੇ ਵਿੱਚ, ਕੋਈ ਤੱਥ ਕਿਸੇ ਹੋਰ ਬੁਲਾਰੇ ਨੇ ਰੱਖੇ ਸੀਗੇ ਅਤੇ ਉਹਨਾਂ ਨੇ ਇਹ ਗੱਲ ਕਹੀ ਕਿ ਕੋਠੀਆਂ ਇਸ ਕਰਕੇ ਬਣੀਆਂ, ਅਤੇ ਮੈਂ ਕਾਫੀ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੀ ਵਾਕਿਆ ਹੀ ਇਹ ਇਸ ਕਰਕੇ ਬਣੀਆਂ, ਤਾਂ ਬੜੀ ਵੱਡੀ ਪੱਧਰ ਦੇ ਉੱਪਰ ਇਹ ਗੱਲ ਜਿਹੜੀ ਬਣਾਈ ਜਾਂਦੀ ਆ ਉਹ ਦਰੁਸਤ ਨਹੀਂ ਹੈਗੀ। ਪਰ ਉਹਦੇ ਵਿੱਚ ਵੱਡੀ ਗੱਲ ਇਹ ਹੋਈ ਹੈ ਕਿ ਇੱਕ ਗੈਰ ਕੁਦਰਤੀ ਅਮਲ ਜਿਹੜਾ ਆ ਉਹ ਆਇਆ। ਹਾਲਾਂਕਿ ਜੇ ਆਪਾਂ ਖੇਤੀ ਮਾਹਰਾਂ ਦੇ ਨਾਲ ਗੱਲ ਕਰੀਏ, ਉਹ ਵੀ ਇਸ ਗੱਲ ਦੇ ਨਾਲ ਬਹੁਤਾ ਇਤਫਾਕ ਨਹੀਂ ਰੱਖਦੇ। ਕਈ ਉਹ ਵੀ ਕਹਿੰਦੇ ਆ ਕਿ ਇੰਡੀਆ ਇੱਕ ਫੂਡ ਡੈਫੀਸਿਟ ਕੰਟਰੀ ਸੀਗੀ, ਜ਼ਰੂਰਤ ਸੀਗੀ, ਅਤੇ ਇਹ ਸਾਰੀਆਂ ਜ਼ਰੂਰਤਾਂ ਸੀਗੀਆਂ। ਕਹਿੰਦੇ ਭੁੱਖੇ ਮਰਨ ਨਾਲੋਂ ਤਾਂ ਵਧੀਆ ਹੈਗਾ ਸੀ, ਬਿਮਾਰੀਆਂ ਲੱਗ ਜਾਂਦੀਆਂ ਸਾਨੂੰ, ਪਰ ਉਹਦੇ ਨਾਲ ਤਾਂ ਨਹੀਂ ਮਰ ਰਹੇ ਜੇ ਅਸੀਂ ਮਰੀ ਜਾਂਦੇ। ਉਹਦੇ ਨਾਲ ਉਹ ਮਤਲਬ ਇੱਕ ਉਹ ਕਹਿੰਦੇ ਹੁੰਦੇ ਆ ਨਾ ਵੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਨਹੀਂ ਹਲਾਲ ਕਰ ਲੈਣੀ ਚਾਹੀਦੀ। ਜੇਕਰ ਤੁਸੀਂ ਇਹ ਮੰਨਦੇ ਹੋ ਕਿ ਅਸੀਂ ਕਲੋਨੀਅਲ ਤਰੀਕੇ ਦੇ ਨਾਲ ਇੱਕ ਖਿੱਤੇ ਦੇ ਜੋ ਕੁਦਰਤੀ ਸਾਧਨ ਨੇ ਉਹਨਾਂ ਦੀ ਵਰਤੋਂ ਉਸ ਖਿੱਤੇ ਦੀਆਂ ਜ਼ਰੂਰਤਾਂ ਅਤੇ ਉੱਥੋਂ ਦੀਆਂ ਜੋ ਵਿਕਾਸ ਦੀਆਂ ਲੋੜਾਂ ਮੰਗਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਇੱਕ ਵਿਆਪਕ ਖਿੱਤੇ ਦੀਆਂ ਲੋੜਾਂ ਨੂੰ ਪੂਰੀ ਕਰਨ ਦੇ ਵਾਸਤੇ ਕਰਦੇ ਹੋ, ਤਾਂ ਇਸ ਪੱਧਰ ਤੱਕ ਐਕਸਪਲੋਇਟੇਸ਼ਨ ਲੈ ਕੇ ਜਾਓਗੇ ਅਤੇ ਉਹਦੇ ਵਿੱਚ ਵੀ ਜਿਹੜਾ ਵੱਡਾ ਆ ਉਹ ਫਿਰ ਕਾਫੀ ਗੱਲ ਭਾਵੇਂ ਨਹੀਂ ਉਸ ਤਰ੍ਹਾਂ ਨਾਲ ਜੁੜਦੀ, ਪਰ ਉਹ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਇੰਡੀਆ ਦੇ ਸੰਵਿਧਾਨ ਦੇ ਤਹਿਤ ਪਾਵਰਾਂ ਦੀ ਵੰਡ ਆ ਉਹਦੇ ਵਿੱਚ ਆ ਕੇ ਮਸਲਾ ਖੜ੍ਹ ਜਾਂਦਾ ਹੈ ਕਿ ਜਿੱਥੇ ਬਿਲਕੁਲ ਕਿ ਉੱਥੇ ਸੂਬਿਆਂ ਦੇ ਅਖਤਾਰ ਦੇ ਬਿਲਕੁਲ ਤੁਹਾਡੇ ਕੋਲ ਉਹਨਾਂ
ਜਿੱਦਾਂ ਇੱਕ ਐਕਸਪੋਰਟ ਲਿਸਟ ਦੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਝੋਨਾ ਕਿਉਂ ਲੱਗਦਾ ਆ, ਬਾਸਮਤੀ ਉਹਦਾ ਬਦਲ ਆ ਉਹ ਕਿਉਂ ਨਹੀਂ ਹੁੰਦੀ, ਅਤੇ ਕਪਾਹ ਕਿਉਂ ਨਹੀਂ ਹੁੰਦੀ ਜਾਂ ਨਰਮਾ ਕਿਉਂ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਉੱਪਰ ਜਿਹੜੀ MSP ਹੈ ਉਹ ਨਹੀਂ ਮਿਲਦੀ, ਉਹਦੇ ਉੱਪਰ ਮਿਲਦੀ ਆ। ਦੂਸਰੀ ਗੱਲ ਜਿਹੜੀ ਆ ਐਕਸਪੋਰਟ ਲਿਸਟ ਆ, ਜਦੋਂ ਦੂਸਰੀਆਂ ਦੋ ਬਦਲਵੀਆਂ ਫਸਲਾਂ ਬਾਸਮਤੀ ਅਤੇ ਨਰਮਾ ਜਿਹੜੀ ਆ ਉਹ ਆਉਂਦੀਆਂ ਨੇ, ਉਦੋਂ ਐਕਸਪੋਰਟ ਲਿਸਟ ਦੇ ਵਿੱਚ ਬੈਨ ਕੈਟੇਗਰੀ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਕੇਂਦਰ ਦੇ ਵੱਲੋਂ, ਕਿਉਂਕਿ ਜਿਹੜੀ ਕਮਰਸ ਦਾ ਰਾਈਟ ਆ ਉਹ ਸੈਂਟਰ ਕੰਟਰੋਲ ਕਰਦੀ ਆ, ਤੇ ਉਹਨੂੰ ਐਕਸਪੋਰਟ ਲਿਸਟ ਦੀ ਬੈਨ ਦੇ ਵਿੱਚ ਪਾ ਦਿੰਦੇ ਕਿ ਇਹਨਾਂ ਦਾ ਐਕਸਪੋਰਟ ਨਹੀਂ ਹੋ ਸਕਦਾ। ਉਸ ਸਮੇਂ ਉਹਨਾਂ ਦੇ ਭਾਅ ਜਿਹੜੇ ਆ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਆ। ਕਿਸਾਨ ਦੀ ਇਹ ਮਜਬੂਰੀ ਹੈ ਕਿ ਉਹਨੇ 6 ਮਹੀਨੇ ਖਰਚਾ ਕਰਕੇ ਫਸਲ ਪੈਦਾ ਕੀਤੀ ਹੈ, ਇਸ ਕਰਕੇ ਉਹਨੇ ਵੇਚਣੀ ਹੈ। ਜਦੋਂ ਉਹ ਵੇਚ ਦਿੰਦਾ ਆ, ਉਸ ਤੋਂ ਬਾਅਦ ਦੇ ਵਿੱਚ ਫਸਲ ਵਿਕਣ ਤੋਂ ਬਾਅਦ ਐਕਸਪੋਰਟ ਲਿਸਟ ਦਾ ਬੈਨ ਹਟਾ ਦਿੱਤਾ ਜਾਂਦਾ ਹੈ। ਜਿਹੜਾ ਮੁਨਾਫਾ ਖੱਟਣ ਵਾਲਾ ਆ ਉਹਦਾ ਮੁਨਾਫਾ ਖੱਟ ਜਾਂਦਾ ਹੈ। ਇਸ ਸਾਰੇ ਲੰਬੇ ਅਮਲ ਦੇ ਵਿੱਚੋਂ ਆਪਾਂ ਦੇਖਿਆ ਕਿ ਜਿਹੜਾ ਬਿਲਕੁਲ ਹੀ ਪੰਜਾਬ ਦਾ ਟਿੱਬਿਆਂ ਵਾਲਾ ਇਲਾਕਾ ਸੀਗਾ, ਜਿੱਥੇ ਨਰਮਾ ਹੁੰਦਾ ਸੀਗਾ, ਹੁਣ ਉੱਥੇ ਨਹੀਂ ਹੁੰਦਾ, ਉੱਥੇ ਝੋਨਾ ਆ ਗਿਆ, ਕਿਉਂਕਿ ਉਹ ਮਜਬੂਰੀ ਇੱਕ ਉਸ ਤਰ੍ਹਾਂ ਦੀ ਬਣੀ ਹੈ। ਇੱਕ ਪਾਣੀ ਆਪਾਂ ਦੇਖ ਰਹੇ ਹਾਂ ਕਿ ਪਾਣੀ ਦਾ ਵਹਾਅ ਹੋਰ ਪਾਸਿਓਂ ਹੈ ਨਾ, ਚੜ੍ਹਦੇ ਤੋਂ ਲਹਿੰਦੇ ਵਾਲੇ ਪਾਸੇ, ਤੇ ਸੜਕਾਂ ਜਿਹੜੀਆਂ ਸਾਡੀਆਂ ਨੇ ਉਹ ਇਹ ਤਾਂ ਦੇਖੋ ਹੁਣ ਇਸ ਵਾਰ ਬੜੇ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਗਈ ਆ। ਜਿਸ ਤਰ੍ਹਾਂ ਥੋੜ੍ਹੀ ਦੇਰ ਪਹਿਲਾਂ ਹੀ ਇਹ ਗੱਲ ਆਈ ਹੈ ਕਿ ਸੁਲਤਾਨਪੁਰ ਲੋਧੀ ਬੰਨ੍ਹ ਟੁੱਟਿਆ ਆ। ਤੁਸੀਂ ਥੋੜ੍ਹੀ ਜਿਹੀ ਉਹਦੀ ਘੋਖ ਕਰਕੇ ਦੇਖੋ ਵੀ ਉਹਦਾ ਕਾਰਨ ਕੀ ਆ। ਜੇ ਤੁਸੀਂ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਦਾ ਪੇਜ ਦੇਖੋ ਤਾਂ ਉਹਦੇ ਉੱਪਰ ਕੱਲ੍ਹ ਹੀ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਸਾਹਮਣੇ ਲਿਆਂਦੀ ਸੀਗੀ। ਆਪਣੇ ਪਟਿਆਲੇ ਤੋਂ ਅੱਗੇ ਘੱਗਰ ਦੇ ਉੱਪਰ ਜਿਹੜਾ ਬੰਨ੍ਹ ਟੁੱਟਿਆ ਆ, ਉਹ ਖਨੌਰੀ ਵਾਲਾ, ਉਹਦੇ ਵਿੱਚ ਵੀ ਤਾਂ ਇਹੀ ਮਸਲਾ ਹੀ ਸੀਗਾ ਨਾ ਕਿ ਜਿੰਨਾ ਵਹਿਣ ਦੇ ਵਿੱਚ ਪੁਲ ਬਣਿਆ ਹੋਣਾ ਚਾਹੀਦਾ ਆ ਉਹਨਾਂ ਨਹੀਂ ਬਣਿਆ ਹੋਇਆ। ਔਰ ਪੰਜਾਬ ਦੇ ਵਿੱਚ ਸਮੱਸਿਆ ਇਹ ਹੈਗੀ ਹੈ ਕਿ ਜਿੰਨੇ ਹਾਈਵੇ ਆਏ ਨੇ ਜਾਂ ਜਿਹੜੇ ਵੱਡੇ ਹੁਣ ਸੜਕਾਂ ਬਣੀਆਂ, ਇੱਥੇ ਵੱਡਾ ਮਸਲਾ ਹੀ ਇਹ ਹੈਗਾ ਕਿ ਜਿੰਨਾ ਪੰਜਾਬ ਦੇ ਵਿੱਚ ਕੁਦਰਤੀ ਵਹਿਣ ਆ ਪਾਣੀ ਦਾ, ਉਹ ਸਾਰਾ ਹੀ ਚੜ੍ਹਦੇ ਤੋਂ ਲਹਿੰਦੇ ਵੱਲ ਨੂੰ ਹੈ, ਪੂਰਬ ਵਾਲੇ ਪਾਸੇ ਤੋਂ ਸਾਰਾ ਚੱਲਦਾ ਆ ਔਰ ਪੱਛਮ ਵੱਲ ਨੂੰ ਤਕਰੀਬਨ ਜਿਹੜਾ ਆ ਉਹ ਵਗਦਾ ਆ। ਸੋ ਉਹਦੇ ਵਿੱਚ ਜਿੰਨੀਆਂ ਵੀ ਸਾਡੇ ਸੜਕਾਂ ਬਣ ਰਹੀਆਂ, ਜਿੰਨੇ ਹਾਈਵੇ ਬਣ ਰਹੇ ਨੇ ਵੱਡੇ, ਖਾਸ ਕਰਕੇ ਐਕਸਪ੍ਰੈਸ ਵੇ ਵਗੈਰਾ ਬਣ ਰਹੇ ਆ, ਉਹ ਸਾਰੇ ਤੁਸੀਂ ਦੇਖੋ ਉਹ ਸਾਰੇ ਹੀ ਪਾਣੀ ਦੇ ਵਹਾਅ ਨੂੰ ਕੱਟਣ ਵਾਲੇ ਆ, ਸਾਰੇ ਉੱਤਰ ਤੋਂ ਦੱਖਣ ਨੂੰ ਬਣ ਰਹੇ ਆ। ਸੋ ਜਦੋਂ ਉਹ ਬਣਾਏ ਜਾਂਦੇ ਨੇ ਫਿਰ ਉਹਨਾਂ ਨੂੰ ਕਿ ਉਹ ਟੁੱਟ ਨਾ ਜਾਣ ਸੜਕਾਂ ਬਰਸਾਤ ਦੇ ਵਿੱਚ, ਇਸ ਕਰਕੇ ਉੱਚੀਆਂ ਕਰਕੇ ਬਣਾਈਆਂ ਜਾਂਦੀਆਂ ਆ। ਫਿਰ ਜਿੰਨੀ ਥਾਵਾਂ ਦੇ ਉੱਪਰ ਕੁਰਾਲੀ ਆ, ਆਪਣੇ ਨੇੜੇ ਆ, ਤੁਸੀਂ ਜਾ ਕੇ ਦੇਖ ਸਕਦੇ ਆ, ਕੁਰਾਲੀ ਸ਼ਹਿਰ ਡੁੱਬਣ ਦਾ ਇੱਕ ਕਾਰਨ ਜਿਹੜਾ ਆ ਉਹ ਜਿਹੜਾ ਹਾਈਵੇ ਨਿਕਲ ਰਿਹਾ ਉਹ ਹੈ। ਔਰ ਇਸ ਵਾਰ ਕੁਛ ਬਚਾਅ ਇਸ ਕਰਕੇ ਹੋਇਆ ਕਿ ਉਹ ਹਾਈਵੇ ਜਿਹੜਾ ਆ ਉਹ ਪੂਰਾ ਬਣਿਆ ਨਹੀਂ ਸੀਗਾ। ਹੁਣ ਉਹ ਪਿੰਡਾਂ ਵਾਲੇ ਇਸ ਗੱਲ ਦਾ ਰੌਲਾ ਪਾ ਰਹੇ ਆ ਵੀ ਇਹਦੇ ਵਿੱਚ ਤੁਸੀਂ ਪੁਲੀਆਂ ਜਿਹੜੀਆਂ ਆ ਉਹ ਵੱਡੀਆਂ ਕਰੋ ਅਤੇ ਉਹਨਾਂ ਨੂੰ ਵਧਾਓ, ਪਰ ਹੁਣ ਪੋਲਿਸੀ ਜਿਹੜੀ ਆ ਉਹ ਸਾਰੀ ਸੈਂਟਰਲਾਈਜ਼ਡ ਹੈ, ਬਿਲਕੁਲ ਕੇਂਦਰੀ ਪੱਧਰ ਦੇ ਉੱਪਰ ਫੈਸਲੇ ਹੁੰਦੇ, ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਸਥਾਨਕ ਫੈਕਟਰ ਜਿਹੜੇ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ। ਦੂਜਾ, ਜਿੰਨੀ ਇਹ ਅਫਸਰਸ਼ਾਹੀ ਬੈਠੀ ਆ ਉਹਨਾਂ ਨੂੰ ਲੱਗਦਾ ਵੀ ਜਿਹੜੇ ਸਥਾਨਕ ਲੋਕ ਨੇ ਤਾਂ ਬਿਲਕੁਲ ਮੂਰਖ ਨੇ, ਇਹਨਾਂ ਨੂੰ ਪਤਾ ਨਹੀਂ ਹੈਗਾ। ਸੋ ਇਸ ਤਰ੍ਹਾਂ ਦਾ ਐਟੀਟਿਊਡ ਜਦੋਂ ਆ ਜਾਂਦਾ ਆ, ਬਿਲਕੁਲ ਹੀ ਜਿਹੜੀ ਸਥਾਨਕ ਨੌਲੇਜ ਸੀਗੀ, ਪੁਰਾਣੇ ਜਿੰਨੇ ਪੰਜਾਬ ਦੇ ਲੋਕ ਨੇ ਬਜ਼ੁਰਗ, ਤੁਸੀਂ ਉਹਨਾਂ ਸਾਰਿਆਂ ਨੂੰ ਪੁੱਛ ਕੇ ਦੇਖੋ, ਦੱਸ ਦਿੰਦੇ ਆ, ਹਰ ਇੱਕ ਬੰਦੇ ਨੂੰ ਆਪਣੇ ਇਲਾਕੇ ਦਾ ਪਤਾ ਆ ਕਿ ਸਾਡੇ ਇਲਾਕੇ ਦੇ ਵਿੱਚ ਜੇਕਰ ਪਿੱਛੇ ਪਹਾੜਾਂ 'ਚ ਵੱਡੇ ਪੱਧਰ 'ਤੇ ਮੀਂਹ ਪਿਆ ਅਤੇ ਕਿਹੜੇ ਕਿਹੜੇ ਦਰਿਆ ਦੇ ਛਰਰੇ ਨੇ, ਕਿਹੜੀਆਂ ਕਿਹੜੀਆਂ ਸੀਰਾਂ ਨੇ ਜਿਹੜੀਆਂ ਚੱਲਣੀਆਂ ਨੇ। ਲੋਕ ਦੱਸ ਦਿੰਦੇ ਆ ਵੀ ਜੇ ਪਾਣੀ ਆਇਆ ਤਾਂ ਭਾਈ ਇਹਨਾਂ ਪਿੰਡਾਂ ਦੇ ਵਿੱਚ ਦੀ ਹੋ ਕੇ ਆਊਗਾ, ਫਲਾਨਿਆਂ ਦੇ ਖੇਤ ਦੇ ਵਿੱਚ ਦੀ ਲੰਘੂਗਾ, ਕਿਉਂਕਿ ਲੋਕਾਂ ਨੇ ਉਹ ਵਹਿਣ ਚੱਲਦੇ। ਮੈਂ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਦੇਖੇ, ਜੇ ਮੈਂ ਮੁਕੇਰੀਆਂ ਦੀ ਗੱਲ ਕਰਾਂ ਤਾਂ ਉੱਥੇ ਮਤਲਬ ਜਦੋਂ ਅਸੀਂ ਸਕੂਲ ਪੜ੍ਹਨ ਜਾਂਦੇ ਸੀਗੇ ਤਾਂ ਇੱਕ ਇਲਾਕਾ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਸੀ ਜਿੱਥੇ ਸਾਰਾ ਸੌਣ ਸੜਕ ਦੇ ਉੱਪਰ ਦੀ ਪਾਣੀ ਵਗਦਾ ਰਹਿੰਦਾ ਸੀਗਾ। ਉਹਦੇ ਨਾਲ ਖੇਤੀਬਾੜੀ ਮਹਿਕਮੇ ਦੀ ਜਿਹੜੀ ਆ ਉਹ ਸਰਕਾਰੀ ਜ਼ਮੀਨ ਸੀਗੀ। ਹੁਣ ਅੱਜ ਦੀ ਸਥਿਤੀ ਇਹ ਆ ਕਿ ਉਸ ਜ਼ਮੀਨ ਦੇ ਵਿੱਚ ਕਲੋਨੀਆਂ ਕੱਟੀਆਂ ਹੋਈਆਂ ਨੇ। ਸੋ ਜਿੱਥੇ ਮਤਲਬ 20 ਸਾਲ 30 ਸਾਲ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਕਿ ਇੱਥੋਂ ਪਾਣੀ ਦਾ ਵਹਿਣ ਕੁਦਰਤੀ ਰਿਹਾ ਆ, ਲਗਭਗ ਸਾਰਾ ਸੌਣ ਪਾਣੀ ਵਗਦਾ ਸੀਗਾ। ਹੁਣ ਅੱਜ ਜੇ ਉੱਥੇ ਮਕਾਨ ਬਣੇ ਹੋਏ ਆ ਅਤੇ ਕੱਲ੍ਹ ਨੂੰ ਉੱਧਰਲੇ ਪਾਸਿਓਂ ਜੇਕਰ ਕੋਈ ਵੀ ਸੀਰ ਉਸ ਤਰ੍ਹਾਂ ਦੀ ਚੱਲਦੀ ਹੈ, ਉਹਨੇ ਉਹ ਨੁਕਸਾਨ ਜਿਹੜਾ ਉਹ ਕਰਨਾ ਹੀ ਕਰਨਾ। ਔਰ ਸਾਰੀਆਂ ਸੜਕਾਂ ਜਿਹੜੀਆਂ ਇਸੇ ਤਰ੍ਹਾਂ ਦੇ ਨਾਲ ਹੀ ਨੁਕਸਾਨ ਕਰ ਰਹੀਆਂ। ਹੁਣ ਇਹ ਸਾਰੀ ਗੱਲ ਜੁੜੀ ਹੋਈ ਹੈਗੀ, ਇੱਕ ਪਾਸੇ ਪਾਣੀ ਵੀ ਪਾਣੀ ਹੋਇਆ ਪਿਆ ਗਾ, ਇੱਕ ਪਾਸੇ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਆ, ਅਤੇ ਜਿਹੜਾ ਥੱਲੇ ਪਾਣੀ ਜਾ ਰਿਹਾ ਹੈਗਾ ਉਹ ਲਗਾਤਾਰ ਉਹਦਾ ਮਤਲਬ ਜਿੰਨੇ ਹੜ੍ਹ ਆਉਂਦੇ ਨੇ 19 'ਚ ਆ ਗਏ, ਹੁਣ ਆ ਗਏ, ਉਹ ਪੱਧਰ ਤਾਂ ਨਹੀਂ ਵਧ ਰਿਹਾ ਹੈਗਾ ਉਹਦਾ, ਅਤੇ ਪੱਧਰ ਲਗਾਤਾਰ ਜਿਹੜਾ ਪੀਣ ਵਾਲਾ ਪਾਣੀ ਵੀ ਅਤੇ ਜਿਹੜਾ ਆਪਣਾ ਖੇਤਾਂ ਨੂੰ ਲੱਗਣ ਵਾਲਾ ਪਾਣੀ ਜਿਹੜਾ ਧਰਤੀ 'ਚੋਂ ਕੱਢਦੇ ਉਹ ਲਗਾਤਾਰ ਡੂੰਘਾ ਹੋ ਰਿਹਾ। ਉਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ। 2017 ਦੇ ਵਿੱਚ ਜਿਹੜੀ ਕੇਂਦਰੀ ਭੂਜਲ ਬੋਰਡ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀਗੀ, ਸੋ ਉਹਦੇ ਆਧਾਰ ਦੇ ਉੱਪਰ ਪੰਜਾਬ ਦੇ ਇੱਕ ਅਫਸਰ ਨੇ ਕੇਂਦਰ ਨੂੰ 6 ਸਫ਼ਿਆਂ ਦਾ ਇੱਕ
ਬਰੀਫਿੰਗ ਬਣਾ ਕੇ ਭੇਜੀ ਸੀਗੀ, ਉਹਦੇ ਵਿੱਚ ਉਹਨੇ ਸਪਸ਼ਟ ਦਿਖਾਇਆ ਸੀਗਾ ਪੰਜਾਬ ਦੇ ਵਿੱਚ ਇਹਨਾਂ ਨੇ ਧਰਤੀ ਹੇਠਲਾ ਜਿਹੜਾ ਜਲ ਭੰਡਾਰ ਹੈ ਉਹਨੂੰ ਵੱਖ-ਵੱਖ ਵਿਧੀਆਂ ਦੇ ਨਾਲ ਬਹੁਤ ਸਾਰੀਆਂ ਯੂਨੀਵਰਸਿਟੀਆਂ, ਦੁਨੀਆ ਦੇ ਬੜੇ ਨਾਮੀ ਅਦਾਰੇ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਲ ਸੀਗੇ, ਔਰ ਇਹਦੇ ਵਿੱਚ ਇਹਨਾਂ ਨੇ ਵੱਖਰੀਆਂ ਵਿਧੀਆਂ ਅਪਣਾ ਕੇ ਉਹਦਾ ਅੰਕਲਨ ਕੀਤਾ ਕਿ ਇਹ ਧਰਤੀ ਦੇ ਹੇਠਾਂ ਜਲ ਭੰਡਾਰ ਜਿਹੜਾ ਉਹ ਕਿੰਨਾ ਆ। ਸੋ ਉਸ ਰਿਪੋਰਟ ਦੇ ਵਿੱਚ ਜੋ ਅੰਕੜਾ ਦਿੱਤਾ ਹੈ ਉਹਦੇ ਮੁਤਾਬਕ 2017 ਦੇ ਵਿੱਚ ਪੰਜਾਬ ਦੀ ਧਰਤੀ ਦੇ ਹੇਠਾਂ 2600 ਲੱਖ ਏਕੜ ਫੁੱਟ ਦਾ ਜਲ ਭੰਡਾਰ ਸੀਗਾ। 1 ਏਕੜ ਜ਼ਮੀਨ ਦੇ ਵਿੱਚ ਜੇ 1 ਫੁੱਟ ਪਾਣੀ ਖੜਾ ਕਰ ਦਈਏ ਤੇ ਉਹਨੂੰ 1 ਏਕੜ ਫੁੱਟ ਕਿਹਾ ਜਾਂਦਾ। ਸੋ 2600 ਲੱਖ ਏਕੜ ਫੁੱਟ ਪਾਣੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੇ ਹੇਠਾਂ 1000 ਫੁੱਟ ਤੱਕ 3 ਪੱਤਣਾਂ ਤੱਕ ਹੈਗਾ ਆ। ਉਹਦੇ ਵਿੱਚੋਂ ਹਰ ਸਾਲ ਜੋ ਉਹਨਾਂ ਨੇ ਅੰਕਲਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ 290 ਲੱਖ ਏਕੜ ਫੁੱਟ ਪਾਣੀ ਜਿਹੜਾ ਆ ਉਹ ਅਸੀਂ ਹਰ ਸਾਲ ਜ਼ਮੀਨ ਦੇ ਵਿੱਚੋਂ ਬਾਹਰ ਕੱਢ ਰਹੇ ਹਾਂ, ਔਰ 175 ਲੱਖ ਏਕੜ ਫੁੱਟ ਪਾਣੀ ਜਿਹੜਾ ਆ ਉਹ ਵੱਖ-ਵੱਖ ਰੀਚਾਰਜ ਦੇ ਸਾਧਨਾਂ ਦੇ ਰਾਹੀਂ ਦੁਬਾਰਾ ਜ਼ਮੀਨ ਦੇ ਵਿੱਚ ਉਹਦੀ ਭਰਪਾਈ ਹੋ ਰਹੀ ਆ, ਉਹ ਦੁਬਾਰਾ ਵਾਪਸ ਜਾ ਰਿਹਾ, ਔਰ ਹਰ ਸਾਲ 115 ਲੱਖ ਏਕੜ ਫੁੱਟ ਪਾਣੀ ਜਿਹੜਾ ਆ ਉਹ ਪੰਜਾਬ ਦੇ ਜ਼ਮੀਨੀ ਜਲ ਭੰਡਾਰ ਦੇ ਵਿੱਚੋਂ ਘਟ ਜਾਂਦਾ। ਸੋ ਇਹਦੇ ਵਿੱਚ ਕੋਈ ਬਹੁਤੀ ਜ਼ਿਆਦਾ ਔਖਿਆਈ ਦੀ ਗੱਲ ਨਹੀਂ ਸੀ ਕਿ ਤੁਸੀਂ 2600 ਨੂੰ 115 ਦੇ ਉੱਪਰ ਭਾਗ ਦਿਓ, ਉਹ 22 ਉਹਦਾ ਜਿਹੜਾ 22.5 ਨਤੀਜਾ ਆਉਂਦਾ, ਜਿਸ ਤੋਂ ਪਤਾ ਲੱਗਦਾ ਜਿਹਦੇ ਵਿੱਚੋਂ ਇਹ ਗੱਲ ਆਈ ਕਿ 2040 ਦੇ ਕਰੀਬ ਪੰਜਾਬ ਦਾ ਧਰਤੀ ਹੇਠਲਾ ਜਿਹੜਾ ਜਲ ਭੰਡਾਰ ਹੈ ਉਹ ਮੁੱਕ ਜਾਣਾ ਆ, ਕਿਉਂਕਿ 22 ਸਾਲ ਦਾ ਸਮਾਂ ਜਿਹੜਾ ਆ ਉਹ ਬਣਦਾ ਸੀਗਾ। ਔਰ ਉਹ ਸਥਿਤੀ ਜਿਹੜੀ ਆ ਉਹ ਆਪਾਂ ਲਗਾਤਾਰ ਗੰਭੀਰ ਹੁੰਦੀ ਦੇਖੀ ਆ। ਹੁਣ ਕੋਈ ਕਹਿ ਸਕਦਾ ਕਿ ਇੰਨੇ ਹੜ੍ਹ ਆਏ ਨੇ, ਪਾਣੀ ਕਿੱਥੇ ਜਾਣਾ ਆ? ਦੇਖੋ, ਆਪਾਂ ਸਾਰੀ ਜ਼ਮੀਨ 1 ਕਰੋੜ ਏਕੜ ਦੇ ਵਿੱਚੋਂ 77 ਲੱਖ ਏਕੜ ਜਿਹੜੀ ਆ ਉੱਥੇ ਲਗਾਤਾਰ ਝੋਨਾ ਬੀਜ ਕੇ ਅਸੀਂ ਇੱਕ ਹਾਰਡ ਪੈਨ ਜਿਹੜਾ ਆ ਉਹ ਧਰਤੀ ਦੇ ਹੇਠਾਂ ਬੰਨਿਆ ਹੋਇਆ, ਜਿਹੜਾ ਉਹਨੂੰ ਸਿੱਜਣ ਨਹੀਂ ਦੇ ਰਿਹਾ। ਰੁੱਖਾਂ ਹੇਠ ਰਕਬਾ ਹੈ ਨਹੀਂ, ਰੁੱਖਾਂ ਹੇਠ ਹੋਵੇ ਤੇ ਰੁੱਖਾਂ ਦੀਆਂ ਜੜ੍ਹਾਂ ਦੇ ਰਾਹੀਂ ਪਾਣੀ ਜਿਹੜਾ ਆ ਉਹ ਰੀਚਾਰਜ ਹੁੰਦਾ, ਹੜ੍ਹਾਂ ਦੀ ਮਾਰ ਨੂੰ ਵੀ ਰੋਕਦੇ। ਮੇਰੇ ਖਿਆਲ ਕੋਈ ਬਹੁਤੀ ਵੱਡੀ ਗੱਲ ਨਹੀਂ, 5ਵੀਂ 6ਵੀਂ ਦੇ ਵਿੱਚ ਆਪਾਂ ਨੂੰ ਕਿਤਾਬਾਂ ਦੇ ਵਿੱਚ ਪੜ੍ਹਾ ਦਿੰਦੇ ਆ ਕਿ ਰੁੱਖਾਂ ਦੇ ਫਾਇਦੇ ਇਹ ਆ ਕਿ ਹੜ੍ਹਾਂ ਦੀ ਮਾਰ ਨੂੰ ਰੋਕਦੇ ਨੇ। ਸੋ ਉਹ ਸਾਰਾ ਨਾ ਹੋਣ ਕਰਕੇ ਪਹਾੜ ਦੇ ਵਿੱਚੋਂ ਹੁਣ ਜਦੋਂ ਇੱਕਦਮ ਪਾਣੀ ਆਇਆ ਆ, 2019 ਦੇ ਵਿੱਚ ਵੀ ਇਹੀ ਵਾਪਰਿਆ ਸੀਗਾ। ਖੱਡਾਂ ਦਾ ਪਾਣੀ, ਜਿਹੜੇ ਛੋਟੇ ਚੈੱਕ ਡੈਮ ਬਣੇ ਸੀਗੇ, ਉਹ ਉੱਥੋਂ ਜਦੋਂ ਪਾਣੀ ਆਇਆ ਆ, ਉਹ ਆਉਣ ਦੇ ਨਾਲ 2008 ਦੇ ਵਿੱਚ ਜਦੋਂ ਅਸੀਂ ਇੱਕ ਰਿਪੋਰਟ ਜਾਰੀ ਕੀਤੀ ਜਲਬਿਨ ਸਾਖ ਕੁਮਲਾਵਤੀ ਤੇ ਬੰਜਰ ਹੋ ਰਹੇ ਪੰਜਾਬ ਦੀ ਇੱਕ ਤਸਵੀਰ ਉਹਦੇ ਉੱਪਰ ਲਾਈ, ਥੋੜ੍ਹੇ ਦਿਨਾਂ ਬਾਅਦ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਹੜ੍ਹ ਆ ਗਏ ਤੇ ਬੜੇ ਲੋਕਾਂ ਨੇ ਉਸ ਸਮੇਂ ਇਸ ਗੱਲ ਦਾ ਮਜ਼ਾਕ ਵੀ ਉਡਾਇਆ ਕਿ ਤੁਸੀਂ ਕਹਿ ਰਹੇ ਆ ਕਿ ਪੰਜਾਬ 'ਚ ਪਾਣੀ ਹੈ ਨਹੀਂ, ਵੀ ਲੋਕਾਂ ਦੇ ਤੇ ਘਰਾਂ ਦੇ ਵਿੱਚ ਪਾਣੀ ਵੜਿਆ ਫਿਰਦਾ। ਸੋ ਉਦੋਂ ਵੀ ਇਹ ਗੱਲ ਕਹੀ ਸੀ ਕਿ ਇਹ ਪੰਜਾਬ ਦੀ ਦੂਰੀ ਤਰਾਸਦੀ ਹੈ, ਪੰਜਾਬ ਦੀ ਧਰਤੀ ਦੀ ਕੁੱਖ ਜਿਹੜੀ ਹੈ ਉਹ ਪਾਣੀ ਤੋਂ ਸੱਖਣੀ ਹੋ ਰਹੀ ਹੈ। ਇਹ ਗੱਲ ਸੱਚ ਆ, ਇਹ ਗੱਲ ਵੱਖ-ਵੱਖ ਸਰਕਾਰੀ ਰਿਪੋਰਟਾਂ ਜਿਹੜੀਆਂ ਨੇ ਉਹ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਨੇ। ਅਤੇ ਪੰਜਾਬ ਦੇ ਵਿੱਚ ਕੁਛ ਕੁ ਸਾਲਾਂ ਬਾਅਦ ਪਾਣੀ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਲੋਕਾਂ ਦੇ ਘਰ ਘਾਟ ਜਿਹੜੇ ਨੇ ਉਹ ਬਰਬਾਦ ਹੁੰਦੇ ਨੇ। ਉਸ ਸਮੇਂ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਕਿ ਇੱਕ ਜੋ ਅੰਕੜੇ ਸਾਹਮਣੇ ਆਏ ਉਹਨਾਂ ਦੇ ਵਿੱਚ ਇਹ ਸੀਗਾ ਕਿ ਸਤਲੁਜ ਦਰਿਆ ਦੀ ਸਮਰੱਥਾ 4 ਲੱਖ ਕਿਊਸਿਕ ਪਾਣੀ ਨੂੰ ਲੈ ਕੇ ਜਾਣ ਦੀ ਹੈ, ਔਰ ਉਸ ਸਮੇਂ 2008 ਦੇ ਵਿੱਚ ਜੋ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਖਬਰ ਸੀਗੀ ਉਹਦੇ ਮੁਤਾਬਕ ਵੱਧ ਤੋਂ ਵੱਧ ਪਾਣੀ ਜਿਹੜਾ ਹੜ੍ਹਾਂ ਦੇ ਦਿਨਾਂ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਰਿਕਾਰਡ ਹੋਇਆ ਉਹ 80,000 ਕਿਊਸਿਕ ਸੀਗਾ। ਹੁਣ 4 ਲੱਖ ਦੀ ਸਮਰੱਥਾ ਵਾਲੇ ਦਰਿਆ ਦੇ ਵਿੱਚ ਜੇਕਰ 80,000 ਕਿਊਸਿਕ ਪਾਣੀ ਆਉਣ ਦੇ ਨਾਲ ਬੰਨ੍ਹ ਟੁੱਟ ਜਾਂਦੇ ਆ ਤਾਂ ਸਾਨੂੰ ਦੇਖਣਾ ਚਾਹੀਦਾ ਕਿ ਕੀ ਅਸੀਂ ਜੋ ਲੋੜੀਂਦੇ ਪ੍ਰਬੰਧ ਕਰਨੇ ਬਣਦੇ ਸੀਗੇ ਉਹ ਕੀਤੇ ਆ। ਕਿਤੇ ਪੰਜਾਬ ਦੇ ਵਿੱਚ ਬੰਨ੍ਹਾਂ ਦੀ ਮਜ਼ਬੂਤੀ ਜਿਹੜੀ ਆ ਉਹ ਨਹੀਂ ਹੁੰਦੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੋਇਆ ਕਿ ਰਾਵੀ ਦੇ ਜਿਹੜੇ ਬੰਨ੍ਹ ਆ ਉਹਨਾਂ ਨੂੰ ਮਤਲਬ ਮਜ਼ਬੂਤ ਕੀਤਾ ਜਾਂਦਾ ਸੀ। ਹਰ ਸਾਲ ਲੋਹੇ ਦੇ ਜਾਲ ਲਾਏ ਜਾਂਦੇ ਸੀਗੇ, ਨਾਲ ਪੱਥਰ ਲਾ ਕੇ ਲੋਹੇ ਦੇ ਜਾਲ ਲਾ ਕੇ ਬੰਨ੍ਹ ਮਜ਼ਬੂਤ ਕੀਤੇ ਜਾਂਦੇ ਸੀਗੇ, ਔਰ ਉਹ ਹਰ ਸਾਲ ਦੀ ਐਕਸਰਸਾਈਜ਼ ਸੀਗੀ। ਪਿਛਲੇ ਸਮੇਂ ਦੇ ਦੌਰਾਨ ਸਰਕਾਰਾਂ ਨੇ ਬਿਲਕੁਲ ਹੀ ਇਸ ਪਾਸੇ ਧਿਆਨ ਦੇਣਾ ਬੰਦ ਕਰ ਦਿੱਤਾ। ਫਿਰ ਦਰਿਆ ਦਾ ਜਿਹੜਾ ਬੈੱਡ ਆ ਉਹਦੀ ਸਫਾਈ ਹੁੰਦੀ ਸੀਗੀ, ਕਿਉਂਕਿ ਹੜ੍ਹ ਦਾ ਜਦੋਂ ਪਾਣੀ ਆਉਣਾ ਉਹ ਇਕੱਲਾ ਪਾਣੀ ਨਹੀਂ ਆਉਂਦਾ। ਹੁਣ ਇਕੱਲਾ ਉਹੀ ਨਹੀਂ ਜੀ, ਦਰਖਤ ਹੋ ਜਾਂਦੇ ਨੇ, ਉਹਦੇ ਵਿੱਚੋਂ ਸਰਕੜਾ ਨਹੀਂ ਕੱਢਿਆ ਜਾਂਦਾ, ਔਰ ਜਦੋਂ ਵੀ ਪਾਣੀ ਆਉਂਦਾ ਉਹਦੀ ਸਮੱਸਿਆ ਇਹ ਆਉਂਦੀ ਹੈ ਕਿ ਇਕੱਲਾ ਪਾਣੀ ਨਹੀਂ ਆਉਂਦਾ, ਹੜ੍ਹ ਦੇ ਪਾਣੀ ਦੇ ਵਿੱਚ ਰੁੱਖ ਟਾਹਣ ਬੂਟ ਇਸ ਤਰ੍ਹਾਂ ਦੇ ਅੜਿੱਕੇ ਪੈਦਾ ਕਰਨ ਵਾਲੀਆਂ ਚੀਜ਼ਾਂ ਬਹੁਤ ਆਉਂਦੀਆਂ ਨੇ। ਪੁਲ ਜਿਹੜੇ ਆ ਉਹ ਸੌੜੇ ਆ, ਪੁਲਾਂ ਦੇ ਹੇਠ ਜਾ ਕੇ ਉਹ ਫਸ ਜਾਂਦੀਆਂ ਨੇ। ਸੁਲਤਾਨਪੁਰ ਲੋਧੀ ਵਾਲੀ ਆਪਾਂ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਤੁਸੀਂ ਦੇਖੋ ਕਿ ਜਿੰਨਾ ਦਰਿਆ ਦਾ ਵਹਿਣ ਦਿਸ ਰਿਹਾ ਆ ਉਸ ਤੋਂ ਕਿਤੇ ਛੋਟਾ ਪੁਲ ਬਣਾਇਆ ਗਿਆ। ਉਸ ਪੁਲ ਤੱਕ ਪਹੁੰਚ ਕਰਨ ਦੇ ਲਈ ਫਿਰ ਇੱਕ 12-14 ਫੁੱਟ ਉੱਚਾ ਫਲਾਈਓਵਰ ਨੁਮਾ ਜਿਹੜੀ ਆ ਉਹ ਸੜਕ ਬਣਾਈ ਗਈ ਹੈ। ਸੋ ਪਾਣੀ ਪੂਰਾ ਦਰਿਆ ਭਰ ਕੇ ਆ ਰਿਹਾ ਆ ਬਿਆਸ, ਉਹਨੂੰ ਲੰਘਣ ਦੇ ਲਈ ਰਾਹ ਨਹੀਂ ਮਿਲ ਰਿਹਾ, ਜਿਸ ਕਰਕੇ ਹੁਣ ਖਬਰਾਂ ਆ ਰਹੀਆਂ ਕਿ ਬੰਨ੍ਹ ਟੁੱਟ ਰਹੇ ਆ। ਬਿਲਕੁਲ। ਮੈਂ ਤੁਹਾਡੇ ਤੋਂ ਪੁੱਛਾਂ ਕਿ ਜਦੋਂ ਆਪਾਂ ਗੱਲ ਕਰ ਦਿਆਂਗੇ ਕਿ ਉਹ ਮਾਡਲ ਹੋਵੇ ਜਿਹੜਾ ਹੰਢਣਸਾਰ ਵਿਕਾਸ ਦਾ ਮਾਡਲ ਹੋਵੇ, ਹੈ ਨਾ, ਜਿਹਦੇ 'ਚ ਹਰ ਇੱਕ ਕੀੜੇ ਪਤੰਗੇ ਤੋਂ ਲੈ ਕੇ ਹਰ ਗੱਲ ਦਾ ਧਿਆਨ ਵੀ ਹੋਵੇ,
ਜਿਹਦੇ ਸੈਂਟਰ 'ਚ ਹਿਊਮਨ ਹੋਵੇ, ਮਨੁੱਖ ਹੋਵੇ, ਜਿਹਦੇ ਸੈਂਟਰ 'ਚ ਕੁਦਰਤ ਹੋਵੇ, ਕਿਵੇਂ ਹੋ ਸਕਦਾ ਇਹ, ਜਾਂ ਸੰਭਵ ਹੈ? ਬਿਲਕੁਲ ਸੰਭਵ ਹੈਗਾ। ਇਹਦੇ ਵਿੱਚ ਇਹੀ ਗੱਲ ਹੈ ਕਿ ਜਿੰਨੀਆਂ ਗੱਲਾਂ ਕੁਦਰਤ ਦੇ ਜੋ ਨਕਸ਼ ਬਣੇ ਹੋਏ ਆ, ਐਸੀ ਗੱਲ ਨਹੀਂ ਹੈ ਕਿ ਉਹ ਪਤਾ ਨਹੀਂ ਹੈਗਾ। ਜੇਕਰ ਪਿੰਡ ਦੇ ਇੱਕ ਆਮ ਬੰਦੇ ਨੂੰ ਪਤਾ ਆ ਕਿ ਇਸ ਥਾਂ ਦੇ ਉੱਪਰੋਂ ਜਦੋਂ ਹੜ੍ਹ ਆਇਆ ਪਾਣੀ ਲੰਘਣਾ ਆ, ਤੇ ਸਰਕਾਰਾਂ ਦੇ ਕੋਲ ਇਹਨਾਂ ਗੱਲਾਂ ਦੀ ਸਟੱਡੀ ਨਾ ਹੋਵੇ, ਇਹ ਕਦੀ ਨਹੀਂ ਹੋ ਸਕਦਾ। ਪਰ ਜਿਸ ਤਰ੍ਹਾਂ ਹੁਣ ਮੈਂ ਕਿਹਾ ਕਿ ਉਹ ਖੇਤੀਬਾੜੀ ਮਹਿਕਮੇ ਦੀ ਜ਼ਮੀਨ ਸੀਗੀ, ਅਤੇ ਜੇ ਉਹ ਕਲੋਨੀਆਂ ਦੇ ਵਾਸਤੇ ਦਿੱਤੀ ਗਈ ਹੈ, ਤਾਂ ਕੀ ਸਰਕਾਰ ਕੋਲ ਇਸ ਗੱਲ ਦੀ ਸਟੱਡੀ ਨਹੀਂ ਸੀਗੀ ਕਿ ਇਹ ਪਾਣੀ ਦਾ ਭਾਈ ਇੱਥੇ ਕੁਦਰਤੀ ਰਾਹ ਸੀਗਾ? ਕੀ ਉੱਥੇ ਪਾਣੀ ਲੰਘਣ ਦੇ ਵਾਸਤੇ ਕੋਈ ਨੈਚੁਰਲ ਸਟਰੀਮ ਜਿਹੜੀ ਸੀ ਉਹ ਆਇਡੈਂਟੀਫਾਈ ਕਰਕੇ ਛੱਡੀ ਗਈ ਹੈ? ਬਿਲਕੁਲ ਨਹੀਂ ਛੱਡੀ ਗਈ। ਸੋ ਇਹੋ ਜਿਹੇ ਕੰਮ ਜਦੋਂ ਹੋਣਗੇ, ਇਹੋ ਜਿਹੇ ਕੰਮ ਨਾ ਕਰੀਏ, ਤਾਂ ਤੁਹਾਡਾ ਜਿਹੜੀ ਉਸਾਰੀ ਆ ਉਹ ਹੰਢਣਸਾਰ ਹੋ ਸਕਦੀ ਹੈ। ਜੇ ਇਹੋ ਜਿਹੇ ਕੰਮ ਕਰਾਂਗੇ ਤਾਂ ਫਿਰ ਜੋ ਆਪਾਂ ਖਰੜ ਅੱਖਾਂ ਦੇ ਨਾਲ ਹੁੰਦਾ ਦੇਖਿਆ, ਦੇਖੋ ਬੜੀ ਇੱਕ ਤਰਾਸਦਿਕ ਦ੍ਰਿਸ਼ ਆ, ਕਿਸੇ ਦਾ ਮਤਲਬ ਜ਼ਿੰਦਗੀਆਂ ਲੱਗ ਜਾਂਦੀਆਂ ਘਰ ਬਣਾਉਣ ਦੇ ਵਿੱਚ, ਹੈ ਨਾ। ਅਤੇ ਉਹ ਮਤਲਬ ਇਸ ਤਰ੍ਹਾਂ ਦੇ ਨਾਲ ਢਹਿ ਢੇਰੀ ਹੁੰਦਾ ਹੋਵੇ। ਪਰ ਉੱਥੇ ਸਵਾਲ ਇਹ ਉੱਠਣਾ ਚਾਹੀਦਾ ਆ ਕਿ ਉਹ ਜਦੋਂ ਤੁਸੀਂ ਦਰਿਆ ਦੇ ਵਹਿਣ ਦੇ ਵਿੱਚ ਘਰ ਬਣਾ ਰਹੇ ਹੋ, ਅਤੇ ਉਹਦੀ ਨੀਂਹ ਦੇ ਵਿੱਚ ਤੁਸੀਂ ਨਾਲ ਉਹਦੀ ਬਰਬਾਦੀ ਜਿਹੜੀ ਹੈ ਉਹ ਵੀ, ਉਹਦੀ ਉਡੀਕ ਵੀ ਰੱਖ ਰਹੇ ਆ, ਉਹ ਹੋਣੀ ਹੈ। ਜਿਹੜਾ ਤੁਸੀਂ ਕਿਹਾ ਕਿ ਵਿਕਾਸ ਹੰਢਣਸਾਰ ਕਿਸ ਤਰੀਕੇ ਦੇ ਨਾਲ ਹੋਵੇ, ਉਹਦੇ ਵਾਸਤੇ ਮੁੱਢਲੀ ਗੱਲ ਇਹ ਹੈ ਕਿ ਕੁਦਰਤ ਦੇ ਜੋ ਬਣੇ ਹੋਏ ਵਹਿਣ ਨੇ, ਜੋ ਕੁਦਰਤ ਦੇ ਬਣੇ ਹੋਏ ਨੇਮ ਆ, ਉਹ ਪਛਾਣਨ ਦੀ ਜ਼ਰੂਰਤ ਹੈਗੀ ਹੈ। ਉਹਦੇ ਵਾਸਤੇ ਪਾਲਿਸੀ ਸੈਂਟਰਲਾਈਜੇਸ਼ਨ ਟੁੱਟਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੋ ਲੋਕਲ ਨੌਲੇਜ ਆ, ਜੋ ਇੰਡੀਜੀਨੀਅਸ ਗਿਆਨ ਆ, ਜੋ ਸਥਾਨਕ ਗਿਆਨ ਆ, ਜੋ ਵਡੇਰਿਆਂ ਦੀਆਂ ਕੱਢੇ ਹੋਏ ਤੱਤ ਨੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖੋ। ਮੈਂ ਇੱਕ ਬੜੀ ਵੱਡੀ ਤਰਾਸਦੀ ਸੀਗੀ, ਥੋੜ੍ਹੀ ਜਿਹੀ ਉਹਦੀ ਗੱਲ ਜ਼ਰੂਰ ਕਰਨੀ ਚਾਹੂੰਗਾ। ਬਡੋਪਲ ਪਿੰਡ ਆ ਜੀ ਇੱਕ ਰਾਜਸਥਾਨ ਦੇ ਵਿੱਚ, ਪੀਲੀ ਬੰਗਾਂ ਦੇ ਲਾਗੇ। ਜਦੋਂ ਇਹਨਾਂ ਨੇ ਰਾਜਸਥਾਨ ਨਹਿਰ ਲੈ ਕੇ ਗਏ, ਪੰਜਾਬ ਦਾ 80 ਲੱਖ ਏਕੜ ਫੁੱਟ ਪਾਣੀ, 18,500 ਕਿਊਸਿਕ ਸਮਰੱਥਾ ਦੀ ਨਹਿਰ ਲੈ ਕੇ ਗਏ, ਤਾਂ ਉਹਦੇ ਵਿੱਚ ਸਮੱਸਿਆ ਇਹਨਾਂ ਨੂੰ ਇਹ ਆਈ ਕਿ ਉਹ ਸੂਰਤਗੜ੍ਹ ਤੋਂ ਅੱਗੇ ਪਾਣੀ ਵਰਤਣ ਦਾ ਇੰਤਜ਼ਾਮ ਨਹੀਂ ਸੀ ਹੈਗਾ। ਤਾਂ ਉੱਥੇ ਤੁਸੀਂ ਦੇਖੋਗੇ ਪੀਲੀ ਬੰਗਾਂ ਦੇ ਨਾਲੋਂ ਇਹਨਾਂ ਨੇ ਘੱਗਰ ਜਿਹੜਾ ਆ ਦਰਿਆ ਉਹ ਡਾਈਵਰਟ ਕੀਤਾ ਹੋਇਆ, ਘੱਗਰ ਡਾਈਵਰਸ਼ਨ ਚੈਨਲ ਬਣਾਇਆ। ਮਸੀਤਾਂ ਵਾਲੀ ਇੱਕ ਹੈੱਡ ਹੈ, ਉਸ ਹੈੱਡ ਤੋਂ ਇਹਨਾਂ ਨੇ ਘੱਗਰ ਦਾ ਪਾਣੀ ਜਿਹੜਾ ਆ ਉੱਥੇ ਢਹਿਰ ਜਾਂ ਡਿਪਰੈਸ਼ਨ ਕਹਿੰਦੇ ਨੇ ਰਾਜਸਥਾਨ ਦੇ ਵਿੱਚ, ਉਹ ਲਗਭਗ 18 ਟਿੱਬੇ ਨੇ ਜਿਨ੍ਹਾਂ ਦੇ ਵਿੱਚ ਡੂੰਘਾ ਥਾਂ ਆ। ਉਹਨਾਂ ਦੀ ਲੰਬਾਈ ਤਕਰੀਬਨ 60 ਕਿਲੋਮੀਟਰ ਬਣ ਜਾਂਦੀ ਹੈ। ਸੂਰਤਗੜ੍ਹ ਅਨੂਪਗੜ੍ਹ ਤੱਕ ਉਹ ਏਰੀਆ ਜਾਂਦਾ, ਔਨ ਐਵਰੇਜ 6.5 ਕਿਲੋਮੀਟਰ ਉਹਦੀ ਚੌੜਾਈ ਬਣਦੀ ਹੈ। ਇਹਨਾਂ ਨੇ ਜਿਹੜੀ ਪੂਰੀ ਇੰਦਰਾ ਗਾਂਧੀ ਕਨਾਲ ਸੀਗੀ ਉਹ ਘੱਗਰ ਡਾਈਵਰਸ਼ਨ ਚੈਨਲ ਦੇ ਵਿੱਚ ਪਾਈ। ਉਹ ਚੈਨਲ ਜਿਹੜਾ ਸੀਗਾ ਉਹ ਲਿਜਾ ਕੇ ਡਹਿਰਾਂ ਦੇ ਵਿੱਚ ਪਾਇਆ। 60 ਕਿਲੋਮੀਟਰ ਏਰੀਏ ਦੇ ਵਿੱਚ ਔਨ ਐਵਰੇਜ 6 ਕਿਲੋਮੀਟਰ ਉਹਦੀ ਚੌੜਾਈ ਹੋਊਗੀ। ਉਹਦੇ ਵਿੱਚ ਉਹਨਾਂ ਨੇ ਪਾਣੀ ਜਿਹੜਾ ਆ ਉਹ ਸਟੋਰ ਕਰਦੇ ਰਹੇ 10 ਸਾਲ ਦੇ ਵਾਸਤੇ। 1960ਵੇਂ 70ਵੇਂ ਦੀ ਗੱਲ ਹੈਗੀ ਹੈ। ਔਰ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਦੇ ਵਿੱਚ ਨਹਿਰ ਤਾਂ ਅੱਗੇ ਬਣ ਗਈ, ਪਾਣੀ ਅੱਗੇ ਚਲਿਆ ਗਿਆ। ਜਿਹੜਾ ਇੰਨਾ ਪਾਣੀ ਉੱਥੇ ਡੰਪ ਕੀਤਾ ਸੀਗਾ ਉਹ ਮੈਂ 2 ਵਾਰ ਆਪਣੀਆਂ ਅੱਖਾਂ ਦੇ ਨਾਲ 2013 ਅਤੇ 2015 ਦੇ ਵਿੱਚ ਜਾ ਕੇ ਦੇਖ ਕੇ ਆਇਆ। ਬਿਲੀਅਨਸ ਆਫ ਕਿਊਬਿਕ ਮੀਟਰ ਪਾਣੀ ਜਿਹੜਾ ਆ ਉਸ ਜ਼ਮੀਨ ਦੇ ਵਿੱਚ ਸੀਗਾ। ਹਜ਼ਾਰਾਂ ਹੈਕਟੇਅਰ ਜ਼ਮੀਨ 40 ਸਾਲ ਬਾਅਦ ਵੀ ਸੇਮ ਦੇ ਹੇਠ ਸੀਗੀ। ਜਿੰਨੇ ਪ੍ਰੋਜੈਕਟ ਸੈਂਟਰਲ ਗੌਰਮੈਂਟ ਨੇ ਲਾਏ ਉਹ ਸਾਰੇ ਪ੍ਰੋਜੈਕਟ ਫੇਲ ਹੁੰਦੇ ਰਹੇ। ਜਦੋਂ ਅਸੀਂ 2013 ਦੇ ਵਿੱਚ ਗਏ ਹਾਂ, ਉੱਥੇ ਲੋਕਲ ਬੰਦੇ ਜਿਹੜੇ ਧਰਨਾ ਦੇ ਰਹੇ ਸੀ, ਉਹਨਾਂ ਨੇ ਇੱਕ ਪਲਾਨ ਸਾਡੇ ਨਾਲ ਡਿਸਕਸ ਕੀਤਾ ਕਿ ਇਸ ਤਰੀਕੇ ਦੇ ਨਾਲ ਇਸ ਇਲਾਕੇ ਦੀ 40 ਸਾਲ ਪੁਰਾਣੀ ਸੇਮ ਅਤੇ ਇੰਨਾ ਜਿਹੜਾ ਬਿਲੀਅਨਸ ਆਫ ਕਿਊਬਿਕ ਮੀਟਰ ਪਾਣੀ ਜਮ੍ਹਾਂ ਹੋਇਆ ਉਹ ਕੱਢਿਆ ਜਾ ਸਕਦਾ। ਉਹ ਪੂਰਾ ਬਜਟ ਬਣਾਈ ਫਿਰਦੇ ਸੀਗੇ। 2022 ਦੇ ਵਿੱਚ ਮੈਂ ਦੁਬਾਰਾ ਉਹਨਾਂ ਦੇ ਨਾਲ ਸੰਪਰਕ ਕੀਤਾ, ਉਹਨਾਂ ਨੂੰ ਪੁੱਛਿਆ ਵੀ ਹੁਣ ਕੀ ਸਥਿਤੀ ਹੈ। ਉਹ ਕਹਿੰਦੇ ਜੀ ਮਸਲਾ ਹੱਲ ਹੋ ਗਿਆ। ਮੈਂ ਜੀ ਕਿਵੇਂ ਹੋਇਆ? ਉਹ ਕਹਿੰਦੇ ਤੁਸੀਂ ਆਓ ਤੁਹਾਨੂੰ ਦੱਸਾਂਗੇ ਕਿੱਦਾਂ ਹੋਇਆ। ਮੈਂ ਕਿਹਾ ਫੇਰ ਵੀ? ਉਹ ਕਹਿੰਦੇ ਜਿੱਦਾਂ ਅਸੀਂ ਕਹਿੰਦੇ ਸੀਗੇ ਉਵੇਂ ਹੋ ਗਿਆ, ਉਸ ਤਰੀਕੇ ਦੇ ਨਾਲ ਹੱਲ ਹੋਇਆ। ਔਰ ਬਿਲਕੁਲ ਦੇਸੀ ਬੰਦੇ ਆ ਪਿੱਛੇ ਜੇ ਸਿੱਖ ਸਿਆਸਤ ਦੇ ਉੱਪਰ ਵਿਜ਼ਡਮ ਕੋਈ ਇਹ ਥੋੜ੍ਹੀ ਹੈ ਜਿਹੜਾ ਆਪਣੇ ਮਾਡਰਨ 'ਚ ਹੋ ਗਿਆ ਗਾ ਕਿ ਮਾਡਰਨਿਟੀ 'ਚ ਖਾਸ ਤੌਰ 'ਤੇ ਕਿ ਇਹੀ ਬੰਦਾ ਐਕਸਪਰਟ ਹੈ ਇਹ ਚੀਜ਼ ਦਾ ਹੀ। ਜਿਹੜਾ ਸਾਡੇ ਪੁਰਖਿਆਂ ਦਾ ਵਿਜ਼ਡਮ ਆ, ਜੋ ਸਾਨੂੰ ਪੀੜ੍ਹੀ ਦਰ ਪੀੜ੍ਹੀ ਵਿਜ਼ਡਮ ਮਿਲਦਾ ਆਇਆ ਹੈਗਾ, ਉਹ 'ਚੋਂ ਅਸੀਂ ਬਹੁਤ ਮੁਨਕਰ ਹੋ ਗਏ, ਉਹਨੂੰ ਛੱਡਤਾ ਸੀ। ਬੜੀ ਸਾਦੇ ਬੰਦੇ, ਉਹਨਾਂ ਨੇ ਬਿਲਕੁਲ ਸਿੱਧੀ ਗੱਲ ਕਹੀ। ਉਹ ਕਹਿੰਦੇ ਜੀ ਜਿਹੜਾ ਇੰਜੀਨੀਅਰ ਆਉਂਦਾ ਆ ਉਹ ਕਹਿੰਦਾ ਮੈਂ ਤਾਂ ਇੰਜੀਨੀਅਰ ਆ, ਇਹ ਕੌਣ ਨੇ? ਪਰ ਉਹ ਕਹਿੰਦਾ ਵੀ ਅਸੀਂ ਇਸ ਸੇਮ ਦੀ ਤਰਾਸਦੀ ਨੂੰ ਜਿਉਂ ਰਹੇ ਹਾਂ। ਗਿਆਨ ਦੀ ਜਿਹੜੀ ਸੱਤਾ ਬਣੀ ਹੈ ਨਾ, ਗਿਆਨ ਦੀ ਵੀ ਇੱਕ ਸੱਤਾ ਬਣ ਗਈ। ਉਹਨੂੰ ਲੱਗਦਾ ਗਾ ਕਿ ਹਾਂ ਪਹਿਲਾਂ ਸੱਤਾ ਦਾ ਮਤਲਬ ਬਹੁਤ ਸਾਰੀਆਂ ਚੀਜ਼ਾਂ ਇੱਕ ਥਾਂ ਦੇ ਉੱਤੇ ਜਾ ਕੇ ਸੈਂਟਰਲਾਈਜੇਸ਼ਨ ਹੋ ਜਾਣਾ। ਬੇਸਿਕਲੀ ਗਿਆਨ ਦਾ ਵੀ ਇੱਕ ਸੈਂਟਰਲਾਈਜੇਸ਼ਨ ਹੋਇਆ ਜਿਹੜਾ ਉਹ ਬੜਾ ਖਤਰਨਾਕ। ਨਹੀਂ ਤਾਂ ਜਿੰਨੀ ਬਿਊਰੋਕਰੇਸੀ ਦੀ ਜਿੰਨੇ ਯੂਟਿਊਬ ਚੈਨਲ ਨੇ ਜਿਹੜੇ UPSC ਦੀ ਤਿਆਰੀ ਕਰਾਉਂਦੇ ਆ, ਜਾਂ ਜਿੰਨੇ ਕੋਚਿੰਗ ਸੈਂਟਰ ਆ, ਤੁਸੀਂ ਜੁਆਇਨ ਕਰਕੇ ਦੇਖੋ। ਕੋਈ ਸਾਡੇ ਮਿੱਤਰਾਂ ਨੇ ਕੀਤੇ, ਉਹਨਾਂ ਨੂੰ ਅਸੀਂ ਪੁੱਛਿਆ ਵੀ ਕੀ ਸਿਖਾਉਂਦੇ ਨੇ? ਕਹਿੰਦੇ ਸਿਰਫ ਇੱਕੋ ਹੀ ਗੱਲ ਸਿਖਾਉਂਦੇ ਆ
ਵੀ ਤੁਸੀਂ ਇਹ ਮਹਿਸੂਸ ਕਰਨਾ ਵੀ ਤੁਸੀਂ ਸਭ ਤੋਂ ਵੱਧ ਸਮਝਦਾਰ ਹੋ ਹੂੰ ਤੇ ਬਾਕੀ ਕਿਸੇ ਨੂੰ ਕੁਝ ਨਹੀਂ ਪਤਾ। ਹੂੰ। ਹੁਣ ਜਿੱਥੇ ਬੇਸਿਕ ਟ੍ਰੇਨਿੰਗ ਦੇ ਵਿੱਚ ਇਹ ਫਲॉ ਪਿਆ ਹੋਇਆ ਆ। ਇਹ ਤਾਂ ਕਹਿੰਦੇ ਜਿਹੜੇ ਮਸੂਰੀ ਜਦੋਂ ਟ੍ਰੇਨਿੰਗ ਹੁੰਦੀ ਉਦੋਂ ਵੀ ਇਹੀ ਸਿਖਾਉਂਦੇ ਸੋ ਨੇ। ਜਿਹੜਾ ਤੁਹਾਡਾ ਸਵਾਲ ਸੀਗਾ ਕਿ ਹੰਢਣਸਾਰਤਾ ਕਿਵੇਂ ਆਵੇ, ਉਹਦੇ ਵਾਸਤੇ ਜਿਹੜਾ ਸਥਾਨਕ ਗਿਆਨ ਆ ਉਹਦੀ ਪਹਿਲ ਹੋਣੀ ਚਾਹੀਦੀ ਹੈ ਤੇ ਪਾਲਿਸੀ ਸੈਂਟਰਲਾਈਜੇਸ਼ਨ ਟੁੱਟਣੀ ਚਾਹੀਦੀ ਹੈ। ਧੰਨਵਾਦ ਪਰਮਜੀਤ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਮਿਹਰਬਾਨੀ ਆਉਣ ਜੀ।